ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦਾ ਸ਼ੋਅ ਬਹੁਤ ਹੀ ਖਾਸ ਹੈ ਉਹਨਾਂ ਲਈ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ, ਜਾਣਾ ਚਾਹੁੰਦੇ ਸੀ, ਜਾ ਨਹੀਂ ਪਾਏ, ਰਿਫਿਊਜ਼ਲ ਆ ਗਈਆਂ, ਡਿਕਲਾਈਨ ਹੋ ਗਿਆ। ਹੁਣ ਉਹਨਾਂ ਦੀ ਅੱਗੇ ਕੀ ਆਪਸ਼ਨਸ ਬਚਦੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ। ਰਿਫਿਊਜ਼ਲ ਆ ਰਹੀਆਂ ਦੇ ਕਾਰਨ ਬਾਰੇ ਗੱਲ ਕਰਾਂਗੇ। ਰਿਫਿਊਜ਼ਲ ਕਿਉਂ ਲੱਗਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੀਜ਼ਾ ਕਿਵੇਂ ਲੱਗਦਾ ਹੈ, ਉਹਦੇ ਲਈ ਰਿਕੁਆਇਰਮੈਂਟਸ ਕੀ ਨੇ, ਕਿਵੇਂ ਰੈਲੇਵੈਂਸੀ ਆਫ ਕੋਰਸ ਜਾਂ ਕਾਲਜ ਇਹ ਸਾਰਾ ਸਿਲੈਕਟ ਕਰਨਾ ਚਾਹੀਦਾ, ਉਹਦੇ ਬਾਰੇ ਗੱਲ ਕਰਾਂਗੇ। ਕੈਨੇਡਾ 'ਤੇ ਗੱਲ ਕਰਨ ਲਈ ਅੱਜ ਉਸ ਐਕਸਪਰਟ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ 20 ਸਾਲ ਇਸ ਇੰਡਸਟਰੀ ਦੇ ਵਿੱਚ ਆਪਣੇ ਐਕਸਪੀਰੀਅੰਸ ਕਰਕੇ ਬਿਤਾਏ ਅਤੇ ਉਹਨਾਂ ਤੋਂ ਕਈ ਸੌ ਕਈ ਹਜ਼ਾਰ ਬੱਚੇ ਜਿਹੜੇ ਪੜ੍ਹ ਕੇ ਜਾਂ ਉਹਨਾਂ ਵੱਲੋਂ ਵੀਜ਼ਾ ਸਰਵਿਸਿਜ਼ ਲੈ ਕੇ ਬਾਹਰ ਜਿਹੜੇ ਹੁਣ ਤੱਕ ਸੈਟਲ ਡਾਊਨ ਹੋ ਚੁੱਕੇ ਨੇ। ਅੱਜ ਜਿਹੜੀ ਕੰਪਨੀ ਸਾਡੇ ਨਾਲ ਮੌਜੂਦ ਨੇ, ਪਹਿਲੇ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਦਿੰਦੇ ਹਾਂ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਗੱਲਾਂ ਆਪਾਂ ਸਾਰੇ ਵੀਜ਼ਾ ਜਿਹੜੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਪਹਿਲੇ ਮਿਲਾ ਦਈਏ ਤੁਹਾਨੂੰ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਨਿਤਿਨ ਚਾਵਲਾ ਜੀ ਮੇਰੇ ਨਾਲ ਮੌਜੂਦ ਨੇ। ਨਿਤਿਨ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਨਿਤਿਨ ਜੀ, ਪਹਿਲੇ ਕੈਪਰੀ ਐਜੂਕੇਸ਼ਨ ਬਿਕੋਜ਼ ਸਾਡੇ ਇਸ ਮੰਚ 'ਤੇ ਸ਼ੋਅ 'ਤੇ ਸਾਡੇ ਦਰਸ਼ਕਾਂ ਲਈ ਨਵਾਂ ਜੀ, ਉਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ ਇੰਟਰੋਡਕਸ਼ਨ, ਬਿਕੋਜ਼ ਵਿਊਅਰ ਜਾਣਨਾ ਚਾਹੁੰਦੇ ਨੇ ਜੀ। ਦੇਖੋ ਅਮਨ ਜੀ, ਕੈਪਰੀ ਅਸੀਂ ਸਟਾਰਟ ਕੀਤਾ ਲੁਧਿਆਣੇ 2002 ਦੇ ਵਿੱਚ। 5 ਜਨਵਰੀ 2002 ਨੂੰ ਅਸੀਂ ਲਾਂਚ ਕੀਤਾ। IELTS ਦੀ ਟ੍ਰੇਨਿੰਗ ਅਸੀਂ ਸਟਾਰਟ ਕੀਤੀ ਸੀਗੀ ਇਨੀਸ਼ੀਅਲ ਸਟੇਜ 'ਤੇ। ਹੌਲੀ ਹੌਲੀ ਸਟੂਡੈਂਟ ਵੀਜ਼ਾ ਕੰਸਲਟੈਂਸੀ ਦੇ ਵਿੱਚ ਜਿੱਦਾਂ ਰਿਕੁਆਇਰਮੈਂਟ ਬੱਚਿਆਂ ਦੀ ਆਉਂਦੀ ਗਈ ਅਸੀਂ ਸ਼ੁਰੂ ਕਰੀ ਗਏ। 2005 ਤੋਂ ਅਸੀਂ ਸਟੂਡੈਂਟ ਵੀਜ਼ਾ ਕੰਸਲਟੈਂਸੀ ਸ਼ੁਰੂ ਕੀਤੀ। ਪਹਿਲੇ ਆਸਟ੍ਰੇਲੀਆ ਹੀ ਜ਼ਿਆਦਾਤਰ ਜਿੱਦਾਂ ਡਿਮਾਂਡ ਦੇ ਵਿੱਚ ਸੀਗਾ, ਫਿਰ ਆਸਟ੍ਰੇਲੀਆ ਦੀ ਕਾਲਜਿਸ ਨਾਲ ਅਸੀਂ ਡੀਲ ਕਰਦੇ ਰਹੇ। ਨਿਊਜ਼ੀਲੈਂਡ, UK ਐਜ਼ ਐਂਡ ਵਨ ਰਿਕੁਆਇਰਡ ਉੱਦਾਂ ਦਾ ਚੱਲਦਾ ਗਿਆ। ਅੱਜ ਦੀ ਡੇਟ ਜਿਹੜੀ ਹੈ ਜੀ, ਕੈਨੇਡਾ ਨੰਬਰ 1 ਡੈਸਟੀਨੇਸ਼ਨ ਹੈ। ਹਰ ਬੱਚਾ ਹੀ ਕੈਨੇਡਾ ਮੂਵ ਹੋ ਰਿਹਾ ਹੈ। 2014 ਤੋਂ ਲੈ ਕੇ ਅੱਜ 2022 ਆ ਗਿਆ ਜੀ। ਪਿਛਲੇ 8 ਸਾਲ ਦੇ ਵਿੱਚ ਅੱਜ ਜੇ ਮੈਂ ਗੱਲ ਕਰਾਂ ਤਾਂ ਹਰ ਘਰ ਤੋਂ ਬੱਚਾ ਕੈਨੇਡਾ ਹੀ ਜਾ ਰਿਹਾ ਹੈ। ਸਾਡੀ ਵੀ ਪ੍ਰੈਫਰਡ ਡੈਸਟੀਨੇਸ਼ਨ ਜਿਹੜੀ ਹੈ ਉਹ ਕੈਨੇਡਾ ਹੀ ਹੈ ਇਸ ਟਾਈਮ 'ਤੇ ਜੀ। 2002 ਤੋਂ 2022 20 ਸਾਲ ਤਕਰੀਬਨ ਬਹੁਤ ਜ਼ਿਆਦਾ ਸਮਾਂ ਹੁੰਦਾ ਇੰਡਸਟਰੀ ਦੇ ਵਿੱਚ ਇੱਕੋ ਦੇ ਵਿੱਚ ਰਹਿਣਾ ਜੀ। SPP ਵੀ ਦੇਖਿਆ, SDS ਵੀ ਦੇਖਿਆ, ਪਹਿਲੇ Tier 4 UK ਵੀ, ਹਰ ਕੰਟਰੀ ਦੇ ਤੁਸੀਂ ਚੇਂਜਸ ਦੇਖੀਆਂ ਜੀ। ਕੰਟਰੀ ਬਾਰੇ ਮੈਂ ਬਾਅਦ 'ਚ ਗੱਲ ਕਰੂੰਗਾ। ਇਸ ਬਿਜ਼ਨਸ ਦੇ ਵਿੱਚ ਜਿਹੜੀ ਹੁਣ ਇੱਕ ਇੰਡਸਟਰੀ ਬਣਦੀ ਜਾ ਰਹੀ ਹੈ ਜੀ, ਕੀ ਬਦਲਾਅ ਆਏ 2002 2010 ਫਿਰ 2015 2020 ਪੜਾਓ ਵਾਈਜ਼ ਜੀ। ਕੀ ਚੇਂਜਸ ਦੇਖੀਆਂ ਇਸ ਇੰਡਸਟਰੀ ਦੇ ਵਿੱਚ, ਇਹਨਾਂ ਦੀ ਐਡਵਰਟਾਈਜ਼ਮੈਂਟ ਦੇ ਵਿੱਚ ਜਾਂ ਜਿਹੜੇ ਪ੍ਰੋਡਕਟਸ ਦੇ ਵਿੱਚ? ਦੇਖੋ, ਚੇਂਜ ਇਜ਼ ਅ ਲਾਅ ਆਫ ਨੇਚਰ। ਜਦੋਂ ਵੀ ਚੇਂਜ ਆਉਣਾ ਹੈ ਉਹ ਚੰਗੇ ਵਾਸਤੇ ਹੀ ਆਉਣਾ ਹੈ, ਮੈਂ ਤਾਂ ਹਮੇਸ਼ਾ ਸਮਝਦਾ। ਪਹਿਲੇ ਜਿਹੜੀ ਮਾਰਕੀਟਿੰਗ ਦਾ ਤਰੀਕਾ ਸੀਗਾ ਉਹ ਲੋਕਾਂ ਦਾ ਥੋੜ੍ਹਾ ਜਿਹਾ ਜ਼ਿਆਦਾ ਲੈਸ ਪ੍ਰੋਫੈਸ਼ਨਲ ਸੀਗਾ, ਮੈਂ ਕਹਿ ਸਕਦਾ। ਸਟੂਡੈਂਟ ਵੀ ਘੱਟ ਅਵੇਅਰ ਸੀਗਾ। ਜਿੱਦਾਂ ਜਿੱਦਾਂ ਅਮਨ ਜੀ ਇੰਟਰਨੈਟ ਆਉਂਦਾ ਗਿਆ ਨਾ, ਜਿੱਦਾਂ ਜਿੱਦਾਂ ਲੋਕਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਆ ਗਏ, ਲੋਕਾਂ ਨੂੰ ਹਰ ਇੱਕ ਚੀਜ਼ ਦੀ ਸਮਝ ਆਉਣੀ ਸ਼ੁਰੂ ਹੋ ਗਈ ਹੈ। ਡਿਜੀਟਲ ਕ੍ਰਾਂਤੀ ਆਈ, ਡਿਜੀਟਲ ਕ੍ਰਾਂਤੀ ਆ ਗਈ ਹੈ ਔਰ ਇਸ ਡਿਜੀਟਲ ਕ੍ਰਾਂਤੀ ਨੇ ਹਰ ਬੰਦੇ ਨੂੰ ਫਾਇਦਾ ਦਿੱਤਾ ਹੈ, ਚਾਹੇ ਉਹ ਸਟੂਡੈਂਟ ਸੀਗਾ, ਉਹਦੇ ਪੇਰੈਂਟਸ ਸੀਗੇ। ਅੱਜ ਮੈਂ ਕਹਿੰਦਾ ਕਿ 15-16 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬੰਦੇ ਤੱਕ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਮੇਰੇ ਵਰਗੇ ਬੰਦੇ ਹਰ ਇੱਕ ਚੀਜ਼ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੇ ਨੇ। ਦਿਸ ਇਜ਼ ਵਾਟ ਇਜ਼ ਦਾ ਮੇਜਰ ਚੇਂਜ। ਇੱਦਾਂ ਹੀ ਹਰ ਬੱਚੇ ਨੂੰ ਜਿਹੜਾ ਬੈਨੀਫਿਟ ਹੋਇਆ ਔਰ ਐਜੂਕੇਸ਼ਨ ਸੈਕਟਰ ਨੂੰ ਲੈ ਕੇ ਹੋਇਆ ਕਿ ਪਹਿਲੇ ਬੱਚੇ ਆਸਟ੍ਰੇਲੀਆ ਨਹੀਂ ਸੀ ਜਾਂਦੇ ਸੀ, ਪਹਿਲੇ ਕੈਨੇਡਾ ਨਹੀਂ ਸੀ ਜਾਂਦੇ ਸੀਗੇ। ਪਰ ਅੱਜ ਜਿਹੜੀ ਹੈ ਇਸ ਇੰਟਰਨੈਟ ਨੇ ਆ ਕੇ ਜਿਹੜੀ ਉਹ ਦੂਰੀ ਹੈ, ਕਿਲੋਮੀਟਰਾਂ, ਹਜ਼ਾਰਾਂ, ਲੱਖਾਂ ਕਿਲੋਮੀਟਰਾਂ ਦੀ ਦੂਰੀ ਜਿਹੜੀ ਹੈ ਸਕਿੰਟਾਂ ਦੇ ਵਿੱਚ ਪੜਾ ਦਿੱਤੀ ਹੈ। ਮੈਂ ਕਹਿੰਦਾ ਕਿ ਜੀ ਅੱਜ ਤੁਹਾਡਾ ਬੱਚਾ ਬੈਂਗਲੌਰ ਪੜ੍ਹ ਰਿਹਾ, ਪੁਣੇ ਪੜ੍ਹ ਰਿਹਾ, ਬੰਬੇ ਪੜ੍ਹ ਰਿਹਾ, ਲੰਡਨ ਪੜ੍ਹ ਰਿਹਾ, ਕੈਨੇਡਾ ਪੜ੍ਹ ਰਿਹਾ ਜਾਂ ਅਮਰੀਕਾ ਪੜ੍ਹ ਰਿਹਾ, ਹੀ ਇਜ਼ ਜਸਟ ਅ ਕਾਲ ਅਵੇ। ਇੱਕ ਕਾਲ ਦੀ ਦੂਰੀ 'ਤੇ ਹੀ ਹੈ। ਚਾਹੇ ਬੱਚਾ ਇੰਗਲੈਂਡ ਬੈਠਾ ਹੈ ਤਾਂ ਵੀ ਉਨੀ ਦੂਰੀ ਹੈ, ਜੇ ਬੈਂਗਲੌਰ ਬੈਠਾ ਤੇ ਤਾਂ ਵੀ ਉਨੀ ਦੂਰ ਹੀ ਹੈ। ਤਾਂ ਇੱਕ ਰੁਝਾਨ ਬੱਚਿਆਂ ਦਾ ਜਿਹੜਾ ਮੇਜਰ ਚੇਂਜ ਆਇਆ ਹੈ, ਕਹਿੰਦੇ ਬੱਚੇ ਨੇ ਘਰੋਂ ਤਾਂ ਬਾਹਰ ਜਾਣਾ ਹੀ ਹੈ। ਕਿਉਂ ਬੰਬੇ, ਕਿਉਂ ਬੈਂਗਲੌਰ, ਕਿਉਂ ਪੁਣੇ? ਵਾਈ ਨਾਟ ਕੈਨੇਡਾ, ਵਾਈ ਨਾਟ ਆਸਟ੍ਰੇਲੀਆ? ਇੰਟਰਨੈਸ਼ਨਲ ਐਕਸਪੋਜਰ ਤਾਂ ਮਿਲੇਗਾ। ਬੱਚਿਆਂ ਦੀ ਸੋਚ ਜ਼ਰੂਰ ਚੇਂਜ ਹੋ ਗਈ ਹੈ। ਲੋਕਾਂ ਨੂੰ ਐਜੂਕੇਸ਼ਨ ਦੀ ਵੈਲਿਊ ਦਾ ਪਤਾ ਲੱਗ ਗਿਆ ਹੈ ਕਿ ਫੋਰਨ ਐਜੂਕੇਸ਼ਨ ਦਾ ਜਾਂ ਐਕਸਪੋਜਰ ਦਾ ਕੀ ਬੈਨੀਫਿਟ ਹੋ ਸਕਦਾ ਕਰੀਅਰ ਬਣਾਉਣ ਵਾਸਤੇ। ਇਸ ਚੀਜ਼ ਦਾ ਬੈਨੀਫਿਟ ਜ਼ਰੂਰ ਹੋਇਆ। ਜਿਹੜਾ ਬਿਜ਼ਨਸ ਦੇ ਵਿੱਚ ਪਿਛਲੇ 2-4 ਸਾਲਾਂ 'ਚ ਤੁਹਾਡੇ ਵੀ ਕ੍ਰਾਂਤੀ ਆਈ ਹੈ ਇੱਕ ਇੰਡਸਟਰੀ 'ਚ ਐਡਵਰਟਾਈਜ਼ਮੈਂਟ ਦੀ, ਮੈਂ ਉੱਥੇ ਵੀ ਆ ਜਾਣਾ, ਸਵਾਲ ਸਿੱਧਾ ਕਰੂੰਗਾ। ਪੈਕੇਜ ਕਦੀ ਸੁਣਿਆ ਨਹੀਂ ਸੀ ਜੀ, ਵੀ ਪੜ੍ਹਾਈ ਕਰਨ ਤੁਸੀਂ ਜਾਣਾ ਜੀ, ਪੈਸੇ ਸਾਰੇ ਮੈਂ ਲਾਊਂਗਾ ਜੀ, ਉਸ ਤੋਂ ਬਾਅਦ ਤੁਹਾਡੇ ਤੋਂ ਲੈ ਲੂੰਗਾ ਵਧਾ ਕੇ। ਜੀ। ਇੱਕ ਸਿਸਟਮ ਚੱਲਦਾ ਸੀ, ਇੱਕ ਪ੍ਰੋਸੈਸਿੰਗ ਫੀਸ ਸੀਗੀ, ਕਾਲਜ ਦੀ ਫੀਸ ਸੀ, ਇੰਸ਼ੋਰੈਂਸ ਸੀ, ਇੱਕ ਸਿਸਟਮ ਸੀਗਾ। ਉਸ ਤੋਂ ਬਾਅਦ ਬੱਚਾ ਬਾਹਰ ਚਲੇ ਜਾਂਦਾ ਸੀ। ਪਿਛਲੇ 2-4 ਸਾਲ ਤੋਂ ਇੱਕ ਟ੍ਰੈਂਡ ਚੇਂਜ ਹੋਇਆ। ਇਹਦੇ ਕਾਰਨ, ਇਹਦੀ ਵਜ੍ਹਾ ਤੇ ਇਹਦੇ ਇੰਪੈਕਟ ਕੀ ਰਹੇ ਨੇ? ਦੇਖਿਏ, ਪਹਿਲੇ ਗੱਲ ਕਰਾਂਗੇ ਜੀ ਕਾਰਨ ਦੀ। ਕਾਰਨ ਜਦੋਂ ਕੋਈ ਚੀਜ਼ ਪ੍ਰਮੋਟ ਕੀਤੀ ਜਾਂਦੀ ਹੈ ਨਾ ਜੀ, ਵਿਕਦੀ ਤਾਂ ਹੀ ਹੈ।
ਡਿਮਾਂਡ ਔਰ ਸਪਲਾਈ ਦੋਨੇ ਚੀਜ਼ਾਂ ਨਾਲ ਪੈਰਲਲ ਚਲਦੀਆਂ ਨੇ ਮਾਰਕੀਟ ਦੇ ਵਿੱਚ। ਲੋਕਾਂ ਨੇ ਡਿਮਾਂਡ ਕ੍ਰੀਏਟ ਕੀਤੀ ਕਿ ਸਾਡਾ ਰਿਸਕ ਘਟ ਜਾਵੇ। ਉਹਨਾਂ ਏਜੰਟਸ ਨੇ, ਮੈਂ ਉੱਥੇ ਐਜੂਕੇਸ਼ਨ ਕੰਸਲਟੈਂਟ ਵਰਡ ਨਹੀਂ ਯੂਜ਼ ਕਰਾਂਗਾ, ਮਾਫ ਕਰਨਾ, ਉਹਨਾਂ ਨੂੰ ਏਜੰਟ ਕਵਾਂਗਾ ਜਿਨ੍ਹਾਂ ਨੇ ਪੈਕੇਜ ਬਣਾ ਕੇ ਵੇਚੇ। ਦੇ ਵਰ ਨਾਟ ਫਰੋਮ ਐਜੂਕੇਸ਼ਨਲ ਬੈਕਗਰਾਊਂਡ। ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹੈ ਜੀ। ਮੈਂ ਇਸ ਚੀਜ਼ ਦੇ ਬਿਲਕੁਲ ਫੇਵਰ 'ਚ ਨਹੀਂ ਹੈਗਾ ਕਿ ਪੈਕੇਜ ਬਣਾ ਕੇ ਵੇਚਣਾ। 2 4 5 10 ਲੱਖ ਰੁਪਇਆ ਹਰ ਬੰਦੇ ਦੀ ਖੂਨ ਪਸੀਨੇ ਦੀ ਕਮਾਈ ਹੈ ਅਮਨ ਜੀ। ਆਪਾਂ ਕਿਸੇ ਦੀ ਕਮਾਈ ਦੇ ਵਿੱਚੋਂ 5 7 10 ਲੱਖ ਰੁਪਇਆ ਐਕਸਟਰਾ ਕਿਉਂ ਲਈਏ? ਕਿਤੇ ਨਾ ਕਿਤੇ ਇਹ ਜਿਹੜੀ ਤਾਲੀ ਹੈ ਉਹ ਇੱਕ ਹੱਥ ਨਾਲ ਨਹੀਂ ਵੱਜ ਰਹੀ ਹੈ, ਇਹ ਤਾਲੀ ਦੋਨੇ ਹੱਥਾਂ ਨਾਲ ਵੱਜ ਰਹੀ ਹੈ। ਸਟੂਡੈਂਟ ਵੀ ਡਿਮਾਂਡ ਜ਼ਿਆਦਾ ਕਰਨ ਲੱਗ ਪਿਆ ਕਿ ਅਸੀਂ ਆ ਕੇ ਪੈਕੇਜ ਹੀ ਲਵਾਂਗੇ। ਅਗਲਾ ਕਹਿੰਦਾ ਸਾਡਾ ਰਿਸਕ ਘੱਟ ਪਰ ਇੱਕ ਸਹੂਲਤ ਹੋਈ ਨਾ, ਮਿਲਣੀ ਸ਼ੁਰੂ ਹੋਈ, ਤੇ ਉਹਨੂੰ ਨਹੀਂ ਪਤਾ ਇਹਦੇ ਪੋਜ਼ੀਟਿਵ ਨੈਗੇਟਿਵ ਇੰਪੈਕਟ ਕੀ ਨੇ। ਮੈਂ ਹੁਣ ਗੱਲ ਤੁਹਾਡੇ ਇੱਕ ਗੱਲ ਤੋਂ ਕਰਦਾ, ਤੁਸੀਂ ਕਿਹਾ ਜੀ ਰਿਸਕ ਨਹੀਂ ਲੈਣਾ ਚਾਹੁੰਦੇ ਸੀ, ਉਹਨਾਂ ਨੇ ਰਿਸਕ ਕਵਰ ਮਾਰਨ ਇਹ ਦਿੱਤਾ ਜੀ। ਇਹਦਾ ਇੰਪੈਕਟ ਕੀ ਰਿਹਾ? ਜਦੋਂ ਕਾਉਂਸਲਿੰਗ ਦੇ ਵਿੱਚ ਬੱਚਾ ਜਾਂਦਾ, ਇੱਕ ਐਜ਼ ਐਨ ਐਜੂਕੇਸ਼ਨ ਕੰਸਲਟੈਂਟ ਕੋਲ ਜਾਂਦਾ, ਤਾਂ ਉਹਨੂੰ ਕਾਲਜ, ਕੋਰਸ, ਕੰਟੈਂਟ, ਜੌਬ ਆਊਟਕਮਸ ਇਹਦੇ ਬਾਰੇ ਦੱਸਦਾ ਜੀ। ਜਦੋਂ ਏਜੰਟ ਕੋਲ ਜਾਂਦਾ, ਉਹ ਕਹਿੰਦਾ ਜੀ ਆਪਣੇ ਕਾਗਜ਼ ਦੇ ਜਾ, ਵੀਜ਼ਾ ਆ ਜਾਊਗਾ, ਨਾ ਕਾਲਜ ਪੁੱਛੀ ਨਾ ਕੋਰਸ ਪੁੱਛੀ। ਉਹਦਾ ਮੋਟਿਵ ਕੀ ਹੈ? ਵੀਜ਼ਾ ਲੈ ਕੇ ਦੇਣਾ, ਚਾਹੇ ਉਹਦੇ ਲਈ ਉਹਦੇ ਡਾਕੂਮੈਂਟ ਨਾਲ ਛੇੜਛਾੜ ਕਰਨੀ ਪਵੇ ਜਾਂ ਉਹਦੇ ਬਾਰ-ਬਾਰ ਵੀਜ਼ਾ ਲਾ ਕੇ ਟਰਾਈ ਕਰਨਾ ਪਵੇ, ਬਿਕੋਜ਼ ਉਹਨੂੰ ਪੈਸੇ ਤਾਂ ਮਿਲਣੇ ਜੇ ਵੀਜ਼ਾ ਮਿਲ ਗਿਆ ਜੀ। ਇਹ ਵੀ ਕੁਝ ਚੀਜ਼ਾਂ ਦੇਖਣ ਨੂੰ ਆਈਆਂ ਜਿਹੜੀ ਰਿਫਿਊਜ਼ਲ ਦੇ ਬਹੁਤ ਵੱਡੇ ਪੱਧਰ ਤੇ ਕਾਰਨ ਬਣੀਆਂ। ਸਟੂਡੈਂਟਸ ਨੂੰ ਪਤਾ ਹੀ ਨਹੀਂ, 3 4 ਵਾਰੀ ਰਿਫਿਊਜ਼ਲ ਲੈ ਕੇ ਵੀ ਬੱਚੇ ਮਾਰਕੀਟ ਜਾ ਰਹੇ, ਮੇਰਾ ਇੱਕ ਵਾਰੀ ਰਿਫਿਊਜ਼ ਹੋ ਗਿਆ ਜੀ। ਸੋ ਇਸ ਚੀਜ਼ ਨੂੰ ਕਿਵੇਂ ਦੇਖਣੀ? ਮੈਂ ਹਮੇਸ਼ਾ ਤੋਂ ਕਹਿੰਦਾ ਆਇਆ ਜੀ, ਅੱਜ ਬੱਚੇ ਨੂੰ ਸਭ ਕੁਝ ਪਤਾ ਹੈ। ਉਹਨੂੰ ਮੋਬਾਈਲ ਪਤਾ ਹੈ, ਉਹਨੂੰ ਟੈਲੀਵਿਜ਼ਨ ਪਤਾ ਹੈ, ਉਹਨੂੰ ਟੈਲੀਫੋਨ ਪਤਾ ਹੈ, ਉਹਨੂੰ GB ਪਤਾ, ਉਹਨੂੰ ਡਾਟਾ ਪਤਾ ਹੈ, ਉਹਨੂੰ ਪਤਾ ਕਿਹੜੀ ਗੱਡੀ ਲੈਣੀ ਹੈ, ਕਿਹਦੀ ਕਿੰਨੀ ਮਾਈਲੇਜ ਹੈ, ਕਿਹਦੀ ਕਿੰਨੀ ਕਾਰ ਵੈਲਿਊ, ਮਾਰਕੀਟ ਵੈਲਿਊ। ਜੇ ਉਹਨੂੰ ਨਹੀਂ ਪਤਾ ਤੇ ਉਹਨੂੰ ਆਪਣੀ ਫਾਈਲ ਬਾਰੇ ਨਹੀਂ ਪਤਾ। ਬਹੁਤ ਮਾੜੀ ਗੱਲ ਹੈ ਇਸ ਬਾਰੇ। ਬੱਚਾ ਜੇ ਅੱਜ ਇੰਨਾ ਅਨਅਵੇਅਰ ਹੋ ਕੇ ਚੱਲੇਗਾ ਤੇ ਉਹ ਆਪਦਾ ਕਰੀਅਰ ਕਿੱਦਾਂ ਬਣਾਏਗਾ? ਜਿਹੜਾ ਬੱਚਾ 17 18 ਸਾਲ 19 ਸਾਲ ਦਾ ਬੱਚਾ ਹੈ, ਜੇ ਉਹਨੂੰ ਹਰ ਇੱਕ ਚੀਜ਼ ਦਾ ਪਤਾ ਹੈ, ਇੰਟਰਨੈਟ ਦੇ ਉੱਪਰ ਦੇਖ ਕੇ ਉਹਨੂੰ ਪਤਾ ਕਿ ਪੀਜ਼ਾ ਕਿੱਦਾਂ ਬਣਾਉਣਾ ਤੇ ਮੋਬਾਈਲ ਕਿੱਦਾਂ ਖਰੀਦਣਾ, ਉਹਨੂੰ ਆਪਣੀ ਫਾਈਲ ਬਾਰੇ ਨਹੀਂ ਪਤਾ, ਉਹ ਉਸ ਵੇਲੇ ਇੰਨਾ ਅਨਅਵੇਅਰ ਕਿਉਂ ਹੋ ਜਾਂਦਾ ਹੈ? ਔਰ ਉਹਦੇ ਪਿੱਛੇ ਇੱਕ ਮੇਜਰ ਰੀਜ਼ਨ ਇਹ ਵੀ ਹੈਗਾ ਜੀ ਕਿ ਅਨਪ੍ਰੋਫੈਸ਼ਨਲ, ਅਨਟ੍ਰੇਨਡ ਬੰਦੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਆ ਗਏ, ਜਿਹੜੇ ਫਾਈਨੈਂਸਰ ਹੀ ਸੀਗੇ ਸਿਰਫ, ਦੇ ਵਰ ਨਾਟ ਐਜੂਕੇਸ਼ਨਲ ਕੰਸਲਟੈਂਟ। ਉਹ ਸਿਰਫ ਆਪਦਾ ਪੈਸਾ ਲਗਾਉਣਾ ਚਾਹੁੰਦੇ ਸੀਗੇ, ਪੈਸੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਚੀਜ਼ ਜ਼ਰੂਰ ਹੋਈ ਹੈ ਇਸ ਮਾਮਲੇ ਦੇ ਵਿੱਚ। ਅਨਪ੍ਰੋਫੈਸ਼ਨਲਿਜ਼ਮ ਇਸ ਇੰਡਸਟਰੀ ਜਦੋਂ ਆਇਆ ਤਾਂ ਐਜੂਕੇਸ਼ਨ ਫੀਲਡ ਨੂੰ ਜਿਹੜਾ ਉਹ ਨੁਕਸਾਨ ਹੋਇਆ ਇਹਦੇ ਨਾਲ, ਬਹੁਤ ਵੱਡਾ ਧੱਕਾ ਲੱਗਿਆ ਜੀ, ਬਹੁਤ ਵੱਡਾ ਧੱਕਾ ਲੱਗਿਆ। ਹੁਣ ਇੱਕ ਟੈਕਨੀਕਲ ਚੀਜ਼ਾਂ ਨੇ ਇਹਦੇ ਵਿੱਚ, ਜਦੋਂ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਕਾਲਜ ਨਾਲ ਟਾਈ ਅਪ ਕਰਨਾ, ਕਾਲਜ ਦੇ ਬਾਰੇ ਨੌਲੇਜ ਹੋਣਾ, ਉਹਦੀ ਲੋਕੇਸ਼ਨ ਬਾਰੇ, ਜਿਹੜਾ ਕੋਰਸ ਦੇ ਰਹੇ ਉਹਦੇ ਕੰਟੈਂਟਸ ਬਾਰੇ, ਫਿਰ ਉਹਦੇ ਇਨ ਫਿਊਚਰ ਜੌਬ ਆਊਟਕਮਸ ਬਾਰੇ ਜੀ। ਇੰਨੀ ਰਿਸਰਚ ਜ਼ਰੂਰੀ ਹੁੰਦੀ ਹੈ ਜਾਂ ਕੋਈ ਵੀ ਸਿਰਫ ਕਾਲਜ ਕੋਰਸ ਦੇਵੇ? ਅੱਜ ਕੱਲ੍ਹ ਤਾਂ ਪੋਰਟਲਸ ਬਣ ਗਏ ਜੀ, ਵੀ ਇਫ ਯੂ ਡੋਂਟ ਹੈਵ ਅ ਟਾਈ ਅਪਸ, ਇੱਕ ਪੋਰਟਲ ਤੇ ਜਾਓ ਜੀ, ਉਹ ਤੁਹਾਨੂੰ ਕਾਲਜ ਪ੍ਰੋਵਾਈਡ ਕਰਾ ਦਿੰਦਾ, ਤੁਹਾਨੂੰ ਕਮਿਸ਼ਨ ਦੇ ਦੂਗਾ, ਬਟ ਫਾਈਲਿੰਗ ਟੈਕਨੀਕਲ ਚੀਜ਼ ਹੈ, ਉਹ ਕੌਣ ਕਰੇਗਾ? ਇਹ ਸਾਰੀਆਂ ਚੀਜ਼ਾਂ ਨਹੀਂ ਇੰਪੈਕਟ ਪਾ ਰਹੀ? ਸਾਰੀਆਂ ਚੀਜ਼ਾਂ ਇੰਪੈਕਟ ਪਾ ਰਹੀਆਂ ਨੇ, ਪਰ ਜਿਹੜਾ ਵੀ ਕਾਉਂਸਲਰ ਹੈਗਾ, ਕੋਈ ਵੀ ਹੈ, ਚਾਹੇ ਉਹ ਮੇਰੇ ਆਫਿਸ ਦਾ ਕਾਉਂਸਲਰ ਹੈ ਜਾਂ ਮੈਂ ਆਪ ਕਾਉਂਸਲਿੰਗ ਕਰਾਂ ਜਾਂ ਕੋਈ ਵੀ ਸਟਾਫ ਮੈਂਬਰ ਹੈ, ਜਿਹੜਾ ਵੀ ਪ੍ਰੋਡਕਟ ਤੁਸੀਂ ਇੱਥੇ ਆਪਣੇ ਬੱਚੇ ਦੇ ਸਾਹਮਣੇ ਰਿਪਰੈਜ਼ੈਂਟ ਕਰਨਾ ਚਾਹੁੰਦੇ ਹੋ, ਤੁਹਾਨੂੰ ਉਹਦੇ ਬਾਰੇ ਕੰਪਲੀਟ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਤੁਸੀਂ ਕੁਐਸਚਨ ਪੁੱਛਿਆ ਕਿ ਪ੍ਰੋਵਿੰਸਿਸ ਦੀ ਨੌਲੇਜ ਹੋਣੀ ਚਾਹੀਦੀ ਹੈ, ਮੈਂ ਕਹਿੰਦਾ ਪ੍ਰੋਵਿੰਸਿਸ ਤੋਂ ਲੈ ਕੇ ਤੁਹਾਨੂੰ ਵੈਦਰ ਕੰਡੀਸ਼ਨ ਤੱਕ ਦੀ ਨੌਲੇਜ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਏਰੀਆ ਦੇ ਵਿੱਚ ਬੱਚਾ ਤੁਹਾਡਾ ਪੜ੍ਹਨ ਜਾ ਰਿਹਾ, ਉੱਥੇ ਦੀ ਪੋਪੂਲੇਸ਼ਨ ਕਿੰਨੀ ਹੈ, ਕਿ ਉੱਥੇ ਊਬਰ ਸਰਵਿਸ ਅਵੇਲੇਬਲ ਹੈਗੀ, ਉੱਥੇ ਪੀਜ਼ਾ ਹੱਟ ਹੈਗੀ ਹੈ, ਉੱਥੇ ਕੋਈ ਬੱਚੇ ਨੂੰ ਖਾਣ ਪੀਣ ਨੂੰ ਇੰਡੀਅਨ ਫੂਡ ਮਿਲ ਜਾਏਗਾ, ਉਹਨੂੰ ਕਲਚਰ ਮਿਲ ਜਾਏਗਾ। ਆਪਾਂ ਕਲਚਰ ਕਿਹਨੂੰ ਕਹਿੰਦੇ ਆ ਜੀ? ਕਲਚਰ ਕਹਿੰਦੇ ਕਿ ਬੱਚੇ ਨੂੰ ਫੂਡ ਮਿਲ ਜੇ, ਬੱਚੇ ਨੂੰ ਉਹਦੀ ਲੈਂਗੁਏਜ ਮਿਲ ਜੇ, ਬੱਚੇ ਨੂੰ ਉਹਦਾ ਦੀ ਡਰੈਸਿਸ ਮਿਲ ਜੇ। ਕਿਤੇ ਬੱਚਾ ਉੱਥੇ ਜਾ ਕੇ ਆਪ ਇੱਕ ਨਵੇਂ ਕਲਚਰ ਦੇ ਵਿੱਚ ਜਾ ਕੇ ਕਿਤੇ ਡਿਪਰੈਸ਼ਨ 'ਚ ਤਾਂ ਨਹੀਂ ਆ ਰਿਹਾ? ਮੈਂ ਇੱਦਾਂ ਦੀਆਂ ਲੋਕੇਸ਼ਨਾਂ ਦੇ ਨਾਮ ਵੀ ਦੱਸ ਸਕਦਾ ਤੁਹਾਨੂੰ, ਜਿੱਥੇ ਬੱਚੇ ਨੂੰ ਭੇਜਿਆ ਜਾ ਰਿਹਾ, ਬੱਚਾ ਜਾਣਾ ਨਹੀਂ ਚਾਹੁੰਦਾ, ਬੱਚਾ ਭੇਜਿਆ ਜਾ ਰਿਹਾ ਹੈ, ਤੇ ਬੱਚਾ ਉੱਥੇ ਕਿ ਡਿਪਰੈਸ਼ਨ 'ਚ ਆ ਜਾਂਦਾ, ਕਿਉਂਕਿ ਨੋ ਕਲਚਰ, ਨੋ ਲੈਂਗੁਏਜ, ਨੋ ਫੂਡ ਇਜ਼ ਅਵੇਲੇਬਲ, ਨੋ ਇੰਡੀਅਨ ਫੂਡ ਇਜ਼ ਅਵੇਲੇਬਲ, ਨੋ ਇੰਡੀਅਨ ਪੀਪਲ ਆਰ ਅਵੇਲੇਬਲ। ਸੋ ਦਿਸ ਕੈਨ ਬੀ ਅ ਲਿਟਲ ਬਿਟ ਡਿਫਰੈਂਟ ਸਟੋਰੀ। ਇਹ ਥੋੜ੍ਹੀ ਜਿਹੀ ਡਿਫਰੈਂਟ ਸਟੋਰੀ ਹੈਗੀ ਹੈ, ਜਿਹਦੇ ਉੱਪਰ ਸਾਡੀ ਟੀਮ ਨੂੰ, ਕਾਉਂਸਲਿੰਗ ਨੂੰ, ਕਾਉਂਸਲਰਸ ਨੂੰ ਤੇ ਨਾਲ ਸਟੂਡੈਂਟ ਨੂੰ ਵੀ ਕੰਮ ਕਰਨ ਦੀ ਲੋੜ ਹੈ। ਰਿਸਰਚ ਦੀ ਲੋੜ ਪੈਂਦੀ ਹੈ। ਮੀਨਸ ਕਾਉਂਸਲਰ, ਕੰਸਲਟੈਂਟ, ਚਾਹੇ ਉਹ ਡਾਇਰੈਕਟਰ ਹੈ ਕੰਪਨੀ ਦਾ, ਚਾਹੇ ਉਹ ਕਾਉਂਸਲਰ ਹੈ, ਇਟ ਮੀਨਸ ਹਰ ਪ੍ਰੋਫਾਈਲ ਡਿਫਰੈਂਟ ਹੈ, ਤੇ ਉਹਨੂੰ ਵੀ ਰਿਸਰਚ ਆਪਣੇ ਆਪ ਨੂੰ ਅਪਡੇਟ ਵਾਈਜ਼ ਰੱਖਣਾ ਪੈਂਦਾ। ਅਮਨ ਜੀ, ਇੱਕ ਬੰਦਾ 2000 ਰੁਪਏ ਦਾ ਸੂਟ ਲੈਣ ਜਾਂਦਾ ਨਾ, ਤੇ ਉਹ 50 ਗੱਲਾਂ ਪੁੱਛਦਾ ਕਿ ਕਿਹੜਾ ਕੱਪੜਾ ਲੱਗਿਆ ਤੇ ਕਿਹੜੀ ਚੀਜ਼ ਲੱਗੀ ਹੈ, ਚਾਹੇ ਦੁਕਾਨਦਾਰ ਨੇ ਉਹ 'ਚੋਂ 200 ਰੁਪਈਆ ਕਮਾਉਣਾ ਹੋਵੇ। ਇੱਥੇ ਬੱਚਾ ਇੰਨਾ ਅਵੇਅਰ ਹੈ ਕਿ 16 ਲੱਖ ਰੁਪਈਆ 15 ਲੱਖ ਰੁਪਈਆ ਕੈਨੇਡਾ ਲਗਾ ਕੇ ਜਾਣਾ ਹੁੰਦਾ, ਬੱਚਾ ਆਪ ਨਹੀਂ ਦੇਖਦਾ ਕਿਹੜਾ ਕਾਲਜ ਦਾ। ਬੱਚਾ ਕਹਿੰਦਾ ਜੀ ਡਾਕੂਮੈਂਟ ਫੜੋ ਜੀ, ਮੇਰਾ ਵੀਜ਼ਾ ਲੱਗ ਜਾਏਗਾ ਤੇ ਪੈਸੇ ਦੇ ਦਿਓ। ਇੱਥੇ ਗਲਤੀ ਨਾਲ ਬੱਚੇ ਦੀ ਵੀ ਹੈ, ਨਾਲ ਕੰਸਲਟੈਂਟ ਦੀ ਵੀ ਹੈ। ਰਿਸਰਚ ਤੋਂ ਬਿਨਾਂ ਅੱਗੇ ਵਧਣਾ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਵੱਡੀ ਬੇਵਕੂਫੀ ਹੈ, ਜਿਹਦਾ ਖਮਿਆਜਾ ਅੱਜ ਨਹੀਂ ਤਾਂ ਕੱਲ੍ਹ ਭੁਗਤਣਾ ਹੀ ਪਏਗਾ ਜੀ। ਸੋ ਇਹ ਚੀਜ਼ਾਂ ਡਿਸਕਸ ਕਰਨ ਦਾ ਕਾਰਨ ਇਹ ਹੈ ਵੀ ਜਿਹੜੇ ਪੈਰੈਂਟਸ ਨੇ ਇਸ ਸ਼ੋਅ ਦੇ ਨਾਲ ਜੁੜਦੇ ਆ, ਕਈ ਸਾਲਾਂ ਤੋਂ ਪਿਆਰ ਦਿੰਦੇ ਆ, ਬੱਚੇ ਆ, ਉਹਨਾਂ ਤੱਕ ਅਵੇਅਰਨੈਸ ਹੋਵੇ ਮਾਰਕੀਟ 'ਚ ਹੋ ਕੀ ਰਿਹਾ, ਕਿਵੇਂ ਬਦਲਾਅ ਆਇਆ, ਕਿਉਂ ਬਦਲਾਅ ਆਇਆ, ਉਹਦੇ ਨੁਕਸਾਨ ਕੀ ਹੋਏ ਨੇ। ਹੁਣ ਪੈਕੇਜ ਦੇ ਨੁਕਸਾਨ ਸਾਰੇ ਸਮਝ ਗਏ, ਅੱਜ ਮੈਂ ਕਹਿੰਦਾ ਫਿਰ ਵੀ 50% ਫਰਕ ਪੈ ਗਿਆ। ਪੈਕੇਜ ਸਿਸਟਮ ਨਹੀਂ ਕਰਨਾ ਚਾਹੁੰਦਾ ਕੋਈ, ਉਹ ਕਹਿੰਦਾ ਨਹੀਂ ਜੀ ਸਾਨੂੰ ਜੋ ਸਿਸਟਮ ਵਾਈਜ਼ ਜੋ ਇੱਕ ਲਾਅ ਕਹਿੰਦਾ
ਉਹਦੇ ਮੁਤਾਬਿਕ ਦੱਸੋ, ਅਸੀਂ ਫੀਸ ਆਪ ਭਰਾਂਗੇ। ਸੋ ਇਹ ਚੀਜ਼ਾਂ ਸਮਝਣੀਆਂ ਜ਼ਰੂਰੀ ਨੇ, ਬਜਾਏ ਕਿ ਆਪਾਂ ਸਿਰਫ ਇੱਕ ਇਨਟੇਕਸ ਬਾਰੇ ਗੱਲ ਕਰੀਏ, ਆਪਾਂ ਕੋਰਸਿਸ ਬਾਰੇ ਗੱਲ ਕਰੀਏ, ਅਵੇਲੇਬਲ ਜਿਹੜੀਆਂ ਸੀਟਸ ਨੇ ਉਹਦੇ ਬਾਰੇ ਗੱਲ ਕਰੀਏ। ਜਦ ਤੱਕ ਟੈਕਨੀਕਲੀ ਨਹੀਂ ਪਤਾ ਹੋਏਗਾ ਫਾਈਲ ਕਿਹਦੇ ਕੋਲ ਲਾਉਣੀ ਹੈ, ਉਹ ਆਪਣੇ ਲਈ ਵਾਜਿਬ ਜਿਹੜਾ ਇਨਫੋਰਮੇਸ਼ਨ ਸਹੀ ਨਹੀਂ ਹੈ। ਬਹੁਤ ਸੋਹਣੀ ਇੱਕ ਦੋ ਵਰਡਸ ਯੂਜ਼ ਕੀਤੇ ਇੱਥੇ ਨਿਤਿਨ ਜੀ ਨੇ, ਇੱਕ ਹੈ ਏਜੰਟ, ਇੱਕ ਹੈ ਕੰਸਲਟੈਂਟ। ਦੋਨਾਂ ਦੇ ਵਿੱਚ ਫ਼ਰਕ ਬਹੁਤ ਵੱਡੇ ਪੱਧਰ 'ਤੇ ਹੈ। ਏਜੰਟ ਤੁਹਾਨੂੰ ਸਿਰਫ ਆਪਣੇ ਪੈਸੇ ਕਮਿਸ਼ਨ ਬਾਰੇ ਦੇਖ ਕੇ ਤੁਹਾਡੀ ਫਾਈਲ ਐਨਰੋਲ ਕਰਨ ਦੀ ਕਰਦਾ। ਕੰਸਲਟੈਂਟ ਤੁਹਾਡੀ ਪ੍ਰੋਪਰਲੀ ਕਾਉਂਸਲਿੰਗ ਕਰਦਾ, ਤੁਹਾਨੂੰ ਐਜੂਕੇਸ਼ਨ ਬਾਰੇ ਦੱਸਦਾ, ਹਰ ਚੀਜ਼ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਾ ਕੇ ਫਿਰ ਕੋਈ ਫੈਸਲਾ ਜਿਹੜਾ ਉਹ ਤੁਹਾਡੇ 'ਤੇ ਛੱਡਦਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇਹ ਫ਼ਰਕ ਸਮਝਣ ਦੀ ਲੋੜ ਹੈ। ਕੈਨੇਡਾ ਦੀ ਗੱਲ ਕਰੀਏ ਤਾਂ ਦੋ ਕੈਟੇਗਰੀਜ਼ ਨੇ ਜੀ, SDS ਤੇ ਨਾਨ SDS। ਅੱਜ ਬਹੁਤ ਵੱਡੇ ਪੱਧਰ 'ਤੇ SDS ਵੀ ਰਿਫਿਊਜ਼ ਹੋਏ, ਨਾਨ SDS ਵੀ ਰਿਫਿਊਜ਼ ਹੋਏ। ਪਹਿਲੇ ਤਾਂ ਉਹਨਾਂ ਦੇ ਕਾਰਨ 'ਤੇ ਆ ਜਾਂਦੇ ਆ ਜੀ। ਦੇਖੋ ਕਾਰਨ ਅਮਨ ਜੀ, ਆਫਟਰ ਕੋਵਿਡ ਜਿਹੜਾ ਲੋਕਾਂ ਨੂੰ ਲੱਗਿਆ ਕਿ ਹੁਣ ਤਾਂ ਖੁੱਲ੍ਹ ਗਿਆ ਜੀ, ਹੁਣ ਤਾਂ ਸਾਰੇ ਹਰ ਤਰ੍ਹਾਂ ਦੀਆਂ ਫਾਈਲਾਂ ਚੱਕੀਆਂ ਜਾਣਗੀਆਂ, ਹਰ ਤਰ੍ਹਾਂ ਹੁਣ ਤਾਂ ਕੈਨੇਡਾ ਨੂੰ ਲੋੜ ਹੈ। ਕੈਨੇਡਾ ਨੂੰ ਲੋੜ ਹੈ ਜੀ। ਉਹ ਤਾਂ ਮਤਲਬ ਬੰਦਿਆਂ ਦੀ ਉੱਥੇ ਸ਼ਾਰਟੇਜ ਹੋ ਗਈ, ਸ਼ਾਰਟੇਜ ਆਫ ਮੈਨ ਪਾਵਰ ਹੋ ਗਈ, ਇੱਦਾਂ ਦਾ ਰੂਲਾ ਪੈ ਗਿਆ ਤੇ ਹਰ ਬੰਦਾ ਜਿਹੜਾ ਐਲੀਜੀਬਲ ਸੀਗਾ ਜਾਂ ਨਹੀਂ ਐਲੀਜੀਬਲ ਸੀਗਾ ਉਹਨੇ ਅਪਲਾਈ ਕਰਨ ਦੀ ਕੋਸ਼ਿਸ਼ ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਤੱਕ ਨਹੀਂ ਆਉਂਦੀ ਹੈ ਟਰੂਡੋ ਸਿੱਧੇ ਉਹਨਾਂ ਤੱਕ ਹੀ ਦਿੰਦਾ, ਸਿਰਫ ਏਜੰਟਾਂ ਤੱਕ? ਕਿਉਂਕਿ ਰੂਲ ਸਾਰਿਆਂ ਲਈ ਇੱਕ ਹੈ, ਟਰੂਡੋ ਸਾਹਿਬ ਨੇ ਸਿਰਫ ਉਹਨਾਂ ਨੂੰ ਦੱਸਿਆ ਸਾਨੂੰ ਬੰਦਿਆਂ ਦੀ ਲੋੜ ਆ ਵੀ ਭੇਜ ਦਿਓ, ਵੀ ਇਹੋ ਜਿਹੇ ਵੀ ਫਾਈਲਾਂ ਲਾ ਦਿਓ। ਮੇਰੇ ਹਿਸਾਬ ਨਾਲ ਤਾਂ ਇੱਦਾਂ ਹੀ ਹੈ ਜੀ। ਜੀ ਭਾਜੀ ਪਲੀਜ਼, ਮੈਂ ਚਾਹੂੰਗਾ ਇੱਥੋਂ ਕੰਟੀਨਿਊ ਕਰਿਓ। ਕੀ ਬਿਲਕੁਲ। ਦੇਖੋ ਗੱਲ ਪਤਾ ਕੀ ਹੈ, ਬੱਚਾ ਸਮਝਣ ਦੀ ਕੋਸ਼ਿਸ਼ ਕਰੇ ਕਿ ਆਪਾਂ SDS ਦੇ ਅੰਦਰ 88% ਸਕਸੈਸ ਰੇਟ ਹੈ, which is very high। ਨਾਨ SDS ਦੇ ਅੰਦਰ it is 39% ਓਨਲੀ। 3 ਰਿਕੁਆਇਰਮੈਂਟ ਜੇ ਬੱਚਾ ਪੂਰੀਆਂ ਕਰਦਾ ਹੈ, 6 ਬੈਂਡ ਈਚ ਮੋਡਿਊਲ ਸਿਰਫ IELTS ਦੇ ਵਿੱਚ ਬੱਚੇ ਨੂੰ ਅੰਡਰਸਟੈਂਡ ਕਰਨਾ ਪੈਣਾ, ਨਾ PT ਚੱਲਣਾ, ਨਾ ਸੈਲਫਿਪ ਚੱਲਣਾ, ਨਾ ਟੋਫਲ ਚੱਲਣਾ ਹੈ, ਸਿਰਫ IELTS ਐਕੈਡੈਮਿਕ ਦਾ ਟੈਸਟ ਦੇ ਕੇ ਬੱਚਾ 6 ਬੈਂਡ ਈਚ ਮੋਡਿਊਲ ਲੈਂਦਾ ਹੈ ਤੇ ਬੱਚਾ SDS ਦੇ ਅੰਦਰ ਕੈਟਾਗਰੀ ਦੇ ਅੰਦਰ ਫਾਲ ਕਰਦਾ ਹੈ। ਬੱਚਾ 1 ਸਾਲ ਦੀ ਫੀਸ ਪੇ ਕਰਦਾ ਹੈ, ਬੱਚਾ SDS ਦੇ ਅੰਦਰ ਫਾਲ ਕਰਦਾ ਹੈ। ਬੱਚਾ GIC $10,000 ਦਾ ਕਰਵਾ ਲੈਂਦਾ ਤੇ ਬੱਚਾ SDS ਦੇ ਅੰਦਰ ਫਾਲ ਕਰਦਾ ਹੈ। 3 ਰਿਕੁਆਇਰਮੈਂਟ ਬੱਚਾ ਪੂਰੀਆਂ ਕਰ ਲੈਂਦਾ ਤੇ ਫਾਲ ਕਰਦਾ ਹੈ। ਬਟ ਅਬਵ ਆਲ ਬੱਚੇ ਦੀ ਪਰਸੈਂਟੇਜ ਮੈਟਰ ਕਰਦੀ ਹੈ, ਬੱਚੇ ਦੇ ਕੋਰਸ ਸਿਲੈਕਸ਼ਨ ਮੈਟਰ ਕਰਦੀ ਹੈ, ਬੱਚੇ ਦੀ ਡੈਸਟੀਨੇਸ਼ਨ ਮੈਟਰ ਕਰਦੀ ਹੈ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਸਟੀਫਾਈ ਕਰਨਾ ਬਹੁਤ ਜ਼ਿਆਦਾ ਮੈਟਰ ਕਰਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ SOP, ਸਟੇਟਮੈਂਟ ਆਫ ਪਰਪਸ। ਜੇ ਤੁਹਾਡੀ ਸਟੇਟਮੈਂਟ ਆਫ ਪਰਪਸ ਸਟਰੋਂਗ ਹੈਗੀ ਹੈ, ਜੇ ਤੁਹਾਨੂੰ LOR ਨਾਲ ਲੱਗੀਆਂ ਨੇ, ਮੈਂ ਦੇਖਿਆ ਅਮਨ ਜੀ 90% ਕੰਸਲਟੈਂਟ ਪੁੱਠੀਆਂ ਸਿੱਧੀਆਂ ਤਰੀਕਾ ਲਗਾ ਦਿੰਦੇ ਨੇ ਕਿ ਇਹਦੇ ਨਾਲ ਇਨਕਮ ਟੈਕਸ ਰਿਟਰਨ ਨਾਲ ਲਗਾ ਦਿਓ, FD ਲਾ ਦਿਓ, ਫਲਾਣਾ ਲਾ ਦਿਓ, ਟਮਕਾ ਲਾ ਦਿਓ। ਕਾਹਦੇ ਵਾਸਤੇ ਲਗਾ ਦਿਓ? ਅੰਬੈਸੀ ਨੇ ਮੰਗਿਆ ਹੀ ਨਹੀਂ। ਅੰਬੈਸੀ ਕਹਿੰਦੀ 1 ਸਾਲ ਦੀ ਫੀਸ ਦੇ ਦਿਓ। ਅੰਬੈਸੀ ਤਾਂ ਮੰਗੇ ਤੇ ਸੌਰੀ ਇੱਥੇ ਮੈਂ ਤੁਹਾਨੂੰ ਰੋਕਦਾ ਜੀ। ਕਹਿੰਦੇ ਜੀ SDS ਦੇ ਵਿੱਚ ਕਿਤੇ ਵੀ ਕਵਰਿੰਗ ਲੈਟਰ ਜਾਂ SOP ਲੈਟਰ ਜਾਂ ਇਸ ਦੀ ਡਿਮਾਂਡ ਨਹੀਂ ਹੈ। ਸੋ ਕਈ ਕੰਸਲਟੈਂਟ ਵੀਰ ਸਾਡੇ ਕਹਿੰਦੇ ਵੀ ਲੋੜ ਹੀ ਨਹੀਂ, ਕਿਉਂ ਲਾਉਨੇ ਹੋ? ਜੀ। ਨਾਨ SDS 'ਚ ਲੋੜ ਹੈ, ਤੁਸੀਂ ਨਾਨ SDS ਚੱਲਿਓ, ਆਪਣੀ ਪ੍ਰੋਫਾਈਲ ਬਾਰੇ ਦੱਸੋ। ਹੁਣ ਇੱਥੇ ਥੋੜੀ ਜਿਵੇਂ ਕਲੈਰਿਟੀ ਚਾਹੂੰਗਾ। ਉਹ ਕਹਿੰਦੇ ਜੀ ਲੋੜ ਨਹੀਂ, ਮੰਗੀ ਨਹੀਂ, ਮੈਂਡੇਟਰੀ ਨਹੀਂ, ਤੇ ਫਿਰ ਕਿਉਂ? ਕਿਉਂਕਿ ਜਿਹੜੇ ਰਿਫਿਊਜ਼ਲ ਦੇ ਰੀਜ਼ਨ ਲੋਕਾਂ ਦੇ ਦੇਖੇ ਗਏ ਸਿਰਫ ਇਹੀ ਦੇਖੇ ਗਏ ਕਿ ਦੈਟ ਯੂ ਵਿਲ ਨਾਟ ਕਮ ਬੈਕ ਟੂ ਇੰਡੀਆ, ਜਾਂ ਤੁਹਾਡਾ ਜਿਹੜਾ ਪ੍ਰੋਫਾਈਲ ਹੈ ਮੈਚ ਨਹੀਂ ਕਰਦਾ, ਜਾਂ 216 ਹੈ ਜਿਹੜਾ ਇੱਕ ਨਾਰਮਲ ਉਹਨਾਂ ਦਾ ਨਾਰਮਲ ਹੈ, ਜੈਨਰਿਕ ਜਿਹਾ ਇੱਕ ਉਹਨਾਂ ਦਾ ਹੈਗਾ ਕਿ ਰਿਫਿਊਜ਼ਲ ਦਾ ਰੀਜ਼ਨ ਯੂ ਵਿਲ ਨਾਟ ਕਮ ਬੈਕ। ਉਹਨੂੰ ਆਪਾਂ ਜਸਟੀਫਾਈ ਕਿੱਦਾਂ ਕੀਤਾ? ਜਸਟੀਫਿਕੇਸ਼ਨ ਦੇ ਵਿੱਚ ਕਮੀ ਹੈ ਕਿ ਵੀਜ਼ਾ ਆਫਿਸਰ, ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬੇਸ ਤੇ ਡਿਸੀਜਨ ਆਉਂਦੇ ਨੇ। ਦਾ ਟਾਈਮ ਹੈਜ਼ ਚੇਂਜਡ ਨਾਓ। ਜਦੋਂ ਇੰਨੀਆਂ ਸਾਰੀਆਂ ਰਿਫਿਊਜ਼ਲਾਂ ਲਾਪੀਆਂ, 8 ਬੈਂਡ ਤੇ ਵੀ ਬੱਚਿਆਂ ਦੀ ਰਿਫਿਊਜ਼ਲ ਨਾਲ ਲਾਪੀ, ਉਸ ਵੇਲੇ ਟਾਈਮ ਨੂੰ ਅੱਗੇ ਲਾਇਆ ਗਿਆ ਕਿ ਉੱਥੇ ਇੱਕ ਰੈੱਡ ਮਾਰਕ ਕਰਕੇ ਇੱਕ ਵੀਜ਼ਾ ਆਫਿਸਰ ਦੇ ਹੱਥ 'ਚ ਫਾਈਲ ਪਕੜਾਈ ਗਈ ਵੀ ਤੁਸੀਂ ਇਹਨੂੰ ਕ੍ਰਾਸ ਚੈੱਕ ਕਰਨਾ ਹੈ। ਲੋਕੀ ਕਹਿੰਦੇ ਕਿ ਵੀਜ਼ਾ ਰਿਫਿਊਜ਼ਲ ਰੇਟ ਵਧਿਆ, ਮਾਫ ਕਰਨਾ ਮੈਂ ਕਹਾਂਗਾ ਵੀਜ਼ਾ ਸਕਸੈਸ ਰੇਟ ਵਧਿਆ। ਜਿਹੜੇ ਕਈਆਂ ਨਾਲ ਧੱਕਾ ਵੀ ਹੋ ਰਿਹਾ ਸੀ, ਉਹ ਹੋਣਾ ਬੰਦ ਹੋ ਗਿਆ। ਜਿਨ੍ਹਾਂ ਦੀ ਬਣਦੇ ਵੀਜ਼ੇ ਉਹ ਮਿਲ ਰਹੇ ਆ ਜੀ, ਪ੍ਰੋਫਾਈਲ ਵੀਕਸ ਨੇ, ਵਿੱਚ ਕਮੀਆਂ ਨੇ, ਤਾਂ ਉਹ ਜਿਹੜੇ ਆ ਰਿਫਿਊਜ਼ ਵੀ ਹੋ ਰਹੇ ਆ। ਹੁਣ 2 ਤਰ੍ਹਾਂ ਦੇ ਨਾਨ SDS ਆ ਜਾਂਦੇ ਆ, 1 'ਚੋਂ 5.5 ਤੇ 2 'ਚੋਂ 5.5, ਦੋਨੋਂ ਹੀ ਜਿਹੜੇ ਆ ਉਹ ਨਾਨ SDS ਨੇ ਜੀ। ਪਰਸੈਂਟੇਜ ਕਿੰਨੀ ਮੈਟਰ ਕਰਦੀ ਹੈ? ਬਿਕੋਜ਼ ਸਾਡੀ ਜਦੋਂ ਇੱਥੇ ਪੰਜਾਬ ਦੀ ਨਾਰਥ ਦੀ ਗੱਲ ਕਰਾਂ ਤਾਂ ਇੱਕ ਐਡ ਹੁੰਦੀ ਹੈ ਜੀ, IELTS ਇੰਨੇ ਬੈਂਡ ਤੁਸੀਂ ਕੈਨੇਡਾ ਜਾ ਸਕਦੇ ਹੋ, IELTS ਇੰਨੇ ਬੈਂਡ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। IELTS ਇੱਕ ਲੈਂਗੁਏਜ ਕੋਰਸ ਹੈ, ਉੱਥੇ ਐਕੈਡਮਿਕ ਸਕੋਰ ਪਰਸੈਂਟੇਜ ਉਹਨੂੰ ਕਿਤੇ ਨਾ ਕਿਤੇ ਪਿੱਛੇ ਕਰ ਦਿੱਤਾ ਗਿਆ। ਕੀ ਉਹ ਮੈਟਰ ਨਹੀਂ ਕਰਦਾ? 2002 ਤੋਂ ਅਸੀਂ IELTS ਪੜ੍ਹਾ ਰਹੇ ਹਾਂ ਜੀ। ਮੈਂ ਸਮਝਦਾ ਦਿਸ ਇਜ਼ ਸੇਮ ਇੰਗਲਿਸ਼ ਲੈਂਗੁਏਜ ਵਿਚ ਹੈਜ਼ ਬੀਨ ਸਟੱਡਿੰਗ ਇਨ ਸਕੂਲ। ਬੱਚਾ ਜਿਹੜਾ ਪਹਿਲੀ ਕਲਾਸ ਤੋਂ, ਨਰਸਰੀ ਕਲਾਸ ਤੋਂ ABC ਸ਼ੁਰੂ ਹੋ ਜਾਂਦੀ ਹੈ ਤੇ +2 ਤੱਕ ਬੱਚਾ ਉਹੀ ਚੀਜ਼ ਪੜ੍ਹਦਾ ਰਹਿੰਦਾ ਹੈ, 12, 13, 15 ਸਾਲ ਪੜ੍ਹਦਾ ਰਹਿੰਦਾ ਹੈ। ਇਹਨੂੰ ਇੱਕ ਹਊਆ ਬਣਾਇਆ ਗਿਆ ਹੈ, ਇਹਨੂੰ ਸਿਰਫ ਇੱਕ ਵੇਚਣ ਦਾ ਪ੍ਰੋਡਕਟ ਬਣਾਇਆ ਗਿਆ ਹੈ। ਵਿਦਾਊਟ IELTS ਕਹਿ ਕੇ ਜਾਂ ਘੱਟ ਬੈਂਡ IELTS 'ਚੋਂ ਕਹਿ ਕੇ ਬੱਚੇ ਦੀ ਦੁੱਖ ਦੀ ਨਬਜ਼ ਦੇ ਉੱਪਰ ਹੱਥ ਰੱਖਿਆ ਜਾਂਦਾ ਹੈ ਕਿ ਉਹਦੀ ਨਸ ਦੇ ਉੱਪਰ ਹੱਥ ਰੱਖ ਦੋ। ਬੱਚਾ ਕਹਿੰਦਾ ਮੈਂ ਭੱਜਿਆ ਜਾਂਗਾ ਕਿ ਇਹ ਵਿਦਾਊਟ IELTS ਲਾ ਲੈਂਦੇ ਨੇ, 2 ਚੋਂ 5.5 ਲਾ ਲੈਂਦੇ ਨੇ। ਹੁਣ ਗੱਲ ਕਰਦੇ ਹਾਂ ਜੀ ਪ੍ਰੋਫਾਈਲ ਦੀ। ਜਿੱਦਾਂ ਤੁਸੀਂ ਪ੍ਰੋਫਾਈਲ ਗਿਆ, 70% ਜਿਹੜੇ ਬੱਚੇ ਦੇ ਨੰਬਰ ਹੈਗੇ ਨੇ, 80% ਨੰਬਰ ਹੈਗੇ ਨੇ
CBSE ICSE ਤੋਂ ਪੜ੍ਹਿਆ ਤੇ ਜੇ ਉਹਦੇ 5.5 ਬੈਂਡ ਰਹਿ ਗਏ ਨੇ ਇਟ ਮੀਨਸ ਬੱਚੇ ਨੇ ਪ੍ਰੈਪਰੇਸ਼ਨ ਸਹੀ ਤਰ੍ਹਾਂ ਨਹੀਂ ਕੀਤੀ ਹੈ, ਬੱਚੇ ਨੇ ਤਾਂ ਸੀਗੀ ਤਾਂ ਉਹੀ ਇੰਗਲਿਸ਼ ਲੈਂਗੁਏਜ ਕਿਹੜੀ ਨਵੀਂ ਗੱਲ ਸੀਗੀ, ਕੋਈ ਰਾਕਟ ਸਾਇੰਸ ਸਾਨੂੰ ਪੜ੍ਹਨ ਨੂੰ ਦੇ ਨਹੀਂ ਦਿੱਤੀ ਸੀਗੀ। ਲਿਸਨਿੰਗ ਕੀ ਹੈਗਾ ਅਮਨ ਜੀ, ਅਗਲਾ ਲਿਸਨਿੰਗ ਆਪਰੇਟ ਕਰਦਾ ਹੈ, CD ਦੇ ਵਿੱਚ ਆਪਰੇਟ ਕੀਤੀ ਜਾਂਦੀ ਹੈ, ਉਹ ਕੁਐਸਚਨ ਦੇ ਆਨਸਰ ਲਿਸਨਿੰਗ ਦੇ ਵਿੱਚ ਬੋਲ ਕੇ ਦੱਸਦੇ ਨੇ, ਯੂ ਹੈਵ ਟੂ ਅੰਡਰਸਟੈਂਡ। ਮੈਂ ਕਿਤੇ ਇਹ ਸਮਝਦਾ 20 ਸਾਲ ਆਇਲਸ ਇੰਡਸਟਰੀ 'ਚ ਰਹਿਣ ਤੋਂ ਬਾਅਦ ਦਿਸ ਇਜ਼ ਮੋਰ ਆਫ ਅ ਕੰਸਨਟ੍ਰੇਸ਼ਨ ਟੈਸਟ, ਲੈਸ ਆਫ ਇੰਗਲਿਸ਼ ਲੈਂਗੁਏਜ ਟੈਸਟ। ਤੁਸੀਂ ਆਪ 20 ਸਾਲ ਲਾਏ ਨੇ, ਆਇਲਸ ਪੜ੍ਹਾਈ ਹੈ ਜੀ। ਆਇਲਸ ਇੱਕ ਬੇਸ ਹੈ, ਇੱਕ ਫਾਊਂਡੇਸ਼ਨ ਹੈ ਜਿੱਥੇ ਉਹਦਾ ਫਿਊਚਰ ਖੜਾ ਹੁੰਦਾ, ਜਾ ਕੇ ਵੀਜ਼ਾ ਕਿੱਧਰ ਕੈਟੇਗਰੀ 'ਚ ਜਾਣਾ, ਮਿਲਣਾ ਜਾਂ ਨਹੀਂ ਮਿਲਣਾ। ਜੀ ਆਇਲ ਸੈਂਟਰ ਵੀ ਉਵੇਂ ਹੀ ਵਧੇ ਜਿਵੇਂ ਆਫਿਸਿਸ ਵਧੇ ਆ ਇਮੀਗ੍ਰੇਸ਼ਨ ਦੇ ਹਰ ਗਲੀ ਦੇ ਵਿੱਚ। ਜੀ ਇੱਕ ਆਇਲ ਸੈਂਟਰ 'ਚੋਂ ਕੋਈ ਵੀ ਬੱਚਾ ਪਾਸ ਕਰਦਾ 6 ਬੈਂਡ 6.5 ਬੈਂਡ 7 ਬੈਂਡ ਲੈਂਦਾ, ਆਪਣੀ ਉਹਦੀ ਵੇਟਿੰਗ ਦੇ ਵਿੱਚ ਹੁੰਦੀ ਹੈ ਤਾਂ ਆਪਣਾ ਆਇਲਸ ਪੜ੍ਹਾਉਣ ਲੱਗ ਜਾਂਦਾ। ਬਿਲਕੁਲ। ਕਿ ਉਹ ਟੀਚਰ ਵੀ ਬਣ ਜਾਂਦਾ ਜਦੋਂ ਪੜ੍ਹਦਾ ਹੁੰਦਾ, ਜਦੋਂ ਬੈਂਡ ਉਹ ਲੈ ਲੈਂਦਾ, ਟੀਚਰ ਬਣਨਾ ਵੀ ਉਹ ਇਹਦੇ ਵਿੱਚ ਹੀ ਲੈ ਲੈਂਦਾ, ਕਿ ਉਹ ਠੀਕ ਹੈ। ਸਪੀਕਿੰਗ ਇੰਗਲਿਸ਼ ਐਂਡ ਟੀਚਿੰਗ ਇੰਗਲਿਸ਼ ਆਰ ਟੂ ਡਿਫਰੈਂਟ ਥਿੰਗਸ। ਇੰਗਲਿਸ਼ ਬੋਲਣੀ ਆਉਂਦੀ ਹੋਣਾ ਤੇ ਇੰਗਲਿਸ਼ ਪੜ੍ਹਾਉਣੀ ਆਉਂਦੀ ਹੋਣਾ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। +2 ਪਾਸ ਲੋਕਾਂ ਨੇ ਟੀਚਰ ਆਪਦੇ ਕੋਲ ਰੱਖ ਲਏ, ਮਾੜੀ ਗੱਲ ਹੈ। ਉਹ ਆਪਣੇ ਕੋਲ ਹੀ ਪੜ੍ਹੇ ਹੋਏ ਬੱਚੇ, ਆਪਦੇ ਕੋਲ ਹੀ ਪੜ੍ਹੇ ਹੋਏ ਬੱਚੇ, ਕੀ ਉਹਨਾਂ ਨੇ ਰਿਜ਼ਲਟ ਦੇਣਾ ਤੇ ਕੀ ਤੁਸੀਂ ਅੱਗੋਂ ਦੀ ਉਹ ਪ੍ਰੋਡਕਟਿਵਿਟੀ ਨਹੀਂ ਹੈ। ਅਮਨ ਜੀ ਆਪਾਂ ਹਰ ਸਾਲ ਸੋਚਦੇ ਹਾਂ ਕਿ ਬੜੇ ਇੰਸਟੀਚਿਊਟ ਖੁੱਲ੍ਹ ਗਏ ਜੀ, ਆਇਲਸ ਦੀ ਲਹਿਰ ਲੱਗ ਗਈ, ਆਪਾਂ ਨੂੰ ਖੁੱਲ੍ਹਦੇ ਸ਼ਟਰ ਨਜ਼ਰ ਆਉਂਦੇ ਨੇ, ਬੰਦ ਹੁੰਦੇ ਨਜ਼ਰ ਨਹੀਂ ਆਉਂਦੇ। ਜੇ 100 ਹਰ ਸਾਲ ਨਵੇਂ ਖੁੱਲ੍ਹਦੇ ਨੇ ਤੇ 100 ਹਰ ਸਾਲ ਨਵੇਂ ਬੰਦ ਵੀ ਹੁੰਦੇ ਨੇ। ਹੁਣ ਜੇ ਮੇਰੇ ਆਏ 6 ਬੈਂਡ ਨੇ, ਮੈਂ 7 ਬੈਂਡ ਵਾਲੇ ਨੂੰ ਕੋਚਿੰਗ ਕਿਵੇਂ ਦਊਂਗਾ, 8 ਬੈਂਡ ਵਾਲੇ ਨੂੰ ਕੀ ਦੱਸੂਗਾ ਵੀ ਐਵੇਂ ਪੜ੍ਹੇਗਾ ਤਾਂ ਤੇਰੇ 8 ਆਉਣੇ ਨੇ। ਆਹ ਚੀਜ਼ਾਂ ਦਾ ਧਿਆਨ ਰੱਖਣਾ ਤੂੰ। ਬਿਲਕੁਲ ਜਸਟੀਫਾਈ। ਹੁਣ ਦੂਜੀ ਗੱਲ ਆਉਂਦੀ ਹੈ ਕਿ ਜੇ 1 ਚੋਂ 5.5 ਬੈਂਡ, 2 ਚੋਂ 5.5 ਉਹਨਾਂ ਦੇ ਵੀ ਵੀਜ਼ੇ ਆਏ ਨੇ, ਬਿਲਕੁਲ ਸਹੀ ਹੈ, ਆਏ ਨੇ। ਕਿੱਥੇ ਆਏ ਨੇ ਮੈਂ ਤੁਹਾਨੂੰ ਦੱਸ ਦਿੰਦਾ ਜੀ। ਰਾਈਟਿੰਗ ਤੇ ਸਪੀਕਿੰਗ ਮੋਡਿਊਲ ਨੂੰ ਜ਼ਿਆਦਾ ਵੇਟੇਜ ਦਿੱਤੀ ਜਾਂਦੀ ਹੈ। ਸਪੀਕਿੰਗ ਦਾ ਮਤਲਬ ਹੈ ਕਿ ਤੁਸੀਂ ਬੋਲ ਸਕਦੇ ਹੋ, ਉੱਥੇ ਜਾ ਕੇ ਕਮਿਊਨੀਕੇਟ ਕਰ ਪਾਓਗੇ। ਰਾਈਟਿੰਗ ਦਾ ਮਤਲਬ ਹੈ ਕਿ ਤੁਸੀਂ ਉੱਥੇ ਜਾ ਕੇ ਸਾਰਾ ਕੁਝ ਰੀਡ ਕਰ ਪਾਓਗੇ ਜਾਂ ਰਾਈਟ ਕਰ ਪਾਓਗੇ, ਜੋ ਵੀ ਉੱਥੇ ਲਿਖਿਆ ਜਾਂਦਾ ਪੜ੍ਹਾਇਆ ਜਾਂਦਾ। ਜੇ ਤੁਹਾਡੇ ਰਾਈਟਿੰਗ ਜਾਂ ਸਪੀਕਿੰਗ 'ਚੋਂ 5.5 ਬੈਂਡ ਨੇ ਤੇ ਤੁਸੀਂ ਨੌਨ SDS ਵਿੱਚ ਅਪਲਾਈ ਕਰਦੇ ਪਏ ਹੋ, ਤੁਹਾਡੇ ਵੀਜ਼ਾ ਸਕਸੈਸ ਰੇਟ ਵਿਲ ਬੀ ਵੈਰੀ ਲੋ ਐਜ਼ ਕੰਪੇਅਰ ਟੂ ਲਿਸਨਿੰਗ ਐਂਡ ਰੀਡਿੰਗ। ਇਹ ਵੀ ਚੀਜ਼ ਸੋ ਜੀ ਵੀਜ਼ਾ ਆਉਂਦੇ ਨੇ, ਅਸੀਂ ਕਿਤੇ ਵੀ ਇਹ ਨਹੀਂ ਨਕਾਰਦੇ ਵੀ ਨੌਨ SDS ਵੀਜ਼ਾ ਨਹੀਂ ਆਉਣੇ, ਬਟ ਉਹਦੇ ਲਈ ਹਰ ਚੀਜ਼ ਜਿਹੜਾ ਮੈਟਰ ਕਰਦੀ ਹੈ। ਤੁਹਾਡੇ ਅਕੈਡਮਿਕ ਸਕੋਰ ਕੀ ਨੇ, ਤੁਹਾਡੇ ਪਾਸਿੰਗ ਈਅਰ ਕੀ ਹੈ, ਕਿ ਉਹ ਜਿਹੜਾ ਗੈਪ ਹੈ ਉਹਨੂੰ ਜਸਟੀਫਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਐਕਸਪੀਰੀਅੰਸ ਕੰਸਲਟੈਂਟ ਅਸੀਂ ਹਮੇਸ਼ਾ ਕਰਦੇ ਹਾਂ, ਬਹੁਤ ਨੇ ਮਾਰਕੀਟ ਦੇ ਵਿੱਚ। ਲੋੜ ਹੈ ਉਹਨਾਂ ਤੱਕ ਅਪਰੋਚ ਕਰਨ ਦੀ, ਲੋੜ ਹੈ ਉਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਲੈਣ ਦੀ। ਇਫ ਯੂ ਵਾਂਟ ਐਨੀ ਫ੍ਰੀ ਕਾਉਂਸਲਿੰਗ ਅਬਾਊਟ ਯੂਰ ਪ੍ਰੋਫਾਈਲ, ਕੋਈ ਵੀ ਕਾਉਂਸਲਿੰਗ ਚਾਹੁੰਦੇ ਹੋ, ਕੈਪਰੀ ਐਜੂਕੇਸ਼ਨ ਦੇ ਨੰਬਰ ਚੱਲ ਰਹੇ ਨੇ, ਕਾਲ ਕਰਕੇ ਇਹਨਾਂ ਨੂੰ ਮਿਲਿਆ ਜਾ ਸਕਦਾ। ਚੰਡੀਗੜ੍ਹ, ਲੁਧਿਆਣਾ ਇਹਨਾਂ ਦੇ ਆਫਿਸ ਨੇ। ਅਵੇਲੇਬਿਲਿਟੀ ਸਰ ਤੁਹਾਡੀ ਕਿੱਥੇ ਕਿੱਥੇ ਕਦੋਂ ਰਹਿੰਦੀ ਹੈ? ਸਰ ਪੂਰਾ ਹਫਤਾ ਜਨਰਲੀ ਮੈਂ ਲੁਧਿਆਣੇ ਹੀ ਹੁੰਦਾ ਜੀ। ਇਸ ਤੋਂ ਇਲਾਵਾ ਹਰ ਥਰਸਡੇ ਮੈਂ ਚੰਡੀਗੜ੍ਹ ਅਵੇਲੇਬਲ ਹੁੰਦਾ ਜੀ। ਚੰਡੀਗੜ੍ਹ ਆਫਿਸ 34H ਹੈ ਜੀ ਸਾਡਾ, ਪਾਸਪੋਰਟ ਆਫਿਸ ਦੇ ਸਾਹਮਣੇ, ਪੁਰਾਣੇ ਪਾਸਪੋਰਟ ਆਫਿਸ ਦੇ ਸਾਹਮਣੇ। तो चंडीगढ़ आई एम अवेलेबल ऑन थर्सडे, एवरी थर्सडे। अदरवाइज स्टाफ जो डेडिकेटेड स्टाफ एंड ट्रेन स्टाफ इज एवरीवेयर अवेलेबल फ्रॉम मंडे टू सैटरडे। ਹੁਣ ਪ੍ਰੈਜ਼ੈਂਟ ਸਿਨੈਰੀਓ ਤੇ ਆ ਜਾਂਦੇ ਜਿਹੜੇ ਕੈਨੇਡਾ ਦੇ ਜੀ, ਜਿਹੜੇ ਬੱਚਿਆਂ ਨੇ ਹੁਣ ਅਪਲਾਈ ਕਰਨਾ ਜੀ, ਅਵੇਲੇਬਿਲਿਟੀ ਇਜ਼ ਅਵੇਲੇਬਲ ਫॉर दैट ਸੈਪਟੈਂਬਰ ਜਾਂ ਜਨਵਰੀ 2023 ਦੀ ਗੱਲ ਕਰਾਂਗੇ ਹੁਣ। ਦੇਖੋ ਜੀ, ਜਿਹੜਾ ਬੱਚਾ 2020 ਪਾਸ ਆਊਟ ਹੈ ਜਾਂ 2021 ਪਾਸ ਆਊਟ ਹੈ, ਉਹ ਹਲੇ ਵੀ ਸੈਪਟੰਬਰ ਵਿੱਚ ਅਪਲਾਈ ਕਰ ਸਕਦਾ ਹੈ। 5 ਜਾਂ 6 ਕਾਲਜ ਹੈਗੇ ਨੇ ਜਿਨ੍ਹਾਂ 'ਚ 3-3 4 ਹਲੇ 2019 ਵਾਲੇ ਵੀ ਹੈਗੇ ਆ। 2019 ਵਾਲੇ ਸ਼ੁੱਡ ਬੀ ਅਵੋਇਡਡ, ਕਿਉਂਕਿ 2019 ਵਾਲੇ ਕੋਲ ਕੋਈ ਜਸਟੀਫਾਈਡ ਰੀਜ਼ਨ ਨਹੀਂ ਹੈਗਾ ਕਿ ਮੈਂ +2 2019 ਦੇ ਵਿੱਚ ਕਰਨੀ ਸੀਗੀ ਤੇ ਹੁਣ ਮੈਂ 3 ਸਾਲ ਉੱਥੇ ਕੀ ਕਰਦੇ ਰਿਹਾ। ਕੋਵਿਡ ਤਾਂ 2020 ਤੋਂ ਬਾਅਦ ਆਇਆ ਹੈ ਤੇ ਵੈਸੇ ਵੀ ਆਨਲਾਈਨ ਪੜ੍ਹਾਈਆਂ ਚੱਲਦੀਆਂ ਰਹੀਆਂ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ। ਇੰਨਾ ਵੀ ਜ਼ਿਆਦਾ ਆਪਾਂ ਨੂੰ ਗੈਪ ਜਿਹੜਾ ਚੱਕਣ ਦੀ ਲੋੜ ਨਹੀਂ ਹੈਗੀ ਹੈ। ਕੇਸ ਵੀਕ ਹੋ ਜਾਂਦਾ। ਜਸਟੀਫਿਕੇਸ਼ਨ ਜੇ ਤੁਹਾਡੇ ਕੋਲ ਸਟਰੋਂਗ ਹੈਗੀ ਹੈ ਤਾਂ ਤੁਸੀਂ ਜ਼ਰੂਰ ਲਗਾਓ। ਜੇ ਕਿਤੇ ਜੌਬ ਕਰ ਲਈ ਹੈ, ਕੋਈ ਤੁਹਾਡੇ ਫਾਈਨੈਂਸ਼ੀਅਲ ਕ੍ਰਾਈਸਿਸ ਸੀਗੇ, ਅੰਬੈਸੀ ਨੂੰ ਸੱਚ ਬੋਲਣ ਦੀ, ਸੱਚ ਦੱਸਣ ਦੀ ਬਹੁਤ ਜ਼ਿਆਦਾ ਲੋੜ ਹੈ। ਉਹ ਵੀ ਇਨਸਾਨ ਨੇ ਜਿਹੜੇ ਉੱਥੇ ਬੈਠੇ ਨੇ, ਉਹਨਾਂ ਦਾ ਵੀ ਦਿਮਾਗ ਹੈ, ਅੰਡਰਸਟੈਂਡ ਕਰਦੇ ਨੇ। ਰੋਜ਼ ਦੀਆਂ ਹਜ਼ਾਰਾਂ ਲੋਕ ਇਹ ਸੋਚਦੇ ਨੇ ਕਿ ਅਸੀਂ ਮਿਸਗਾਈਡ ਕਰ ਲਾਂਗੇ ਜਾਂ ਗਲਤ ਇਨਫੋਰਮੇਸ਼ਨ ਅੰਬੈਸੀ ਨੂੰ ਦੇ ਦਿਆਂਗੇ ਤੇ ਅਸੀਂ ਬੇਵਕੂਫ ਬਣਾ ਦਾਂਗੇ। ਡਿਪਲੋਮੇ ਜਿਹੜੇ ਸਾਡੇ ਕੰਪਿਊਟਰ ਦੇ ਆਮ ਬਣ ਜਾਂਦੇ ਨੇ ਜੀ, 3-3000 ਰੁਪਈਆ ਦੇ ਕੇ ਲੋਕੀ ਡਿਪਲੋਮਾ ਚੱਕੀ ਫਿਰਦੇ ਨੇ ਕਿ ਕੰਪਿਊਟਰ ਸੈਂਟਰ। ਕੰਪਿਊਟਰ ਡਿਪਲੋਮਾ ਇਜ਼ ਅ ਪਾਰਟ ਟਾਈਮ ਵਰਕ। ਸਵੇਰੇ 7 ਤੋਂ 9 ਦੇ ਵਿੱਚ ਅਗਲੇ ਨੇ ਕਲਾਸ ਲਗਾਈ ਹੋ ਸਕਦੀ ਹੈ, 9 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਲਾਸਾਂ ਥੋੜ੍ਹਾ ਲਗਾਈ ਗਿਆ ਬੱਚਾ। ਸੋ ਇਹ ਚੀਜ਼ਾਂ ਦੇ ਵਿੱਚ ਇੱਦਾਂ ਦੇ ਡਾਕੂਮੈਂਟ ਫਾਲਤੂ ਦੇ ਲਗਾ ਕੇ, ਫੇਕ ਡਾਕੂਮੈਂਟ ਲਗਾ ਕੇ ਆਪਦੀ ਫਾਈਲ ਨੂੰ ਖਰਾਬ ਨਾ ਕਰੋ। ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਉਹਦਾ ਨਤੀਜਾ ਭੁਗਤਣਾ ਪੈਂਦਾ ਹੈ ਅੰਬੈਸੀ ਦੇ ਵਿੱਚ ਜਾ ਕੇ। ਸਤੰਬਰ 'ਚ ਸੀਟਸ ਹੁਣ ਜਿਹੜੀਆਂ ਤੁਸੀਂ ਕਹਿੰਦੇ ਘੱਟ ਹੈ, ਜਨਵਰੀ 2023 ਦੀ ਗੱਲ ਕਰਾਂਗੇ। ਪਰ ਜਦੋਂ ਆਪਾਂ ਕਾਊਂਟਿੰਗ ਕਰਦੇ ਹਾਂ ਨਾ, ਬੱਚੇ ਅੱਜ ਦੇਖਣਾ ਸ਼ੁਰੂ ਕਰਦੇ ਆ, ਮਾਰਚ 'ਚ ਗੱਲ ਕਰ ਰਹੇ ਹਾਂ ਜੀ। ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਬਹੁਤ ਨੇ ਜੀ ਟਾਈਮ, ਹਲੇ 9 ਮਹੀਨੇ ਪਏ ਆ ਜੀ। ਇਹ 9 ਮਹੀਨੇ ਕਰਦੇ ਟਾਈਮ ਦੇਖਦੇ ਕਈਆਂ ਨੇ ਸਤੰਬਰ ਮਿਸ ਕਰ ਲਿਆ, ਸੀਟਸ ਨਹੀਂ ਮਿਲੀਆਂ। ਕਦੋਂ ਕ ਅਪਲਾਈ ਕਰ ਲੈਣਾ ਚਾਹੀਦਾ ਜਨਵਰੀ ਲਈ ਵੀ? ਦੇਰ ਇਜ਼ ਨੈਵਰ ਅ ਰੋਂਗ ਟਾਈਮ ਟੂ ਡੂ ਦ ਰਾਈਟ ਥਿੰਗ। ਚੰਗਾ ਕੰਮ ਕਰਨਾ ਤੇ ਉਹਦੇ ਵਾਸਤੇ ਕੋਈ ਮਾੜਾ ਟਾਈਮ ਹੈ ਨਹੀਂ ਜੀ। ਅੱਜ ਹੀ ਸ਼ੁਰੂ ਕਰਨਾ ਪੈਣਾ ਹੈ। ਕੰਡੀਸ਼ਨਲ ਆਫਰ ਲੈਟਰ ਨਾਲ ਜਨਵਰੀ ਇਨਟੇਕ ਵਾਸਤੇ ਸਾਰੇ ਕਾਲਜਸ ਨੇ ਦੇਣੀਆਂ ਸ਼ੁਰੂ ਕਰਤੀਆਂ ਹੋਈਆਂ। ਸੈਨੇਕਾ ਇਜ਼ ਓਪਨ, ਕੋਨੇਸਟੋਗਾ ਇਜ਼ ਓਪਨ, ਸਾਰੇ ਵੱਡੇ ਕਾਲਜ, KPU ਇਜ਼ ਓਪਨ, ਕੈਪੀਲਾਨੋ ਯੂਨੀਵਰਸਿਟੀ ਓਪਨ, ਕੇਪ ਬ੍ਰਿਟਨ ਯੂਨੀਵਰਸਿਟੀ ਓਪਨ। ਜੇ ਕੈਨੇਡਾ ਦੀ ਗੱਲ ਕਰੀਏ, ਜਨਵਰੀ ਇਨਟੇਕ ਵਾਸਤੇ ਆਲਮੋਸਟ ਹਰ ਕਾਲਜ ਨੇ
ਕੰਡੀਸ਼ਨਲ ਆਫਰ ਲੈਟਰਸ ਐਕਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹਦੇ 'ਚ ਇੱਕ ਚੀਜ਼ ਦਾ ਧਿਆਨ ਰੱਖਣਾ ਕਿ 2 ਕੰਡੀਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਇੱਕ ਕੰਡੀਸ਼ਨ ਹੈ ਤੁਹਾਡਾ +2 ਪਾਸ ਹੈ ਜਾਂ ਤੁਹਾਡੀ ਗ੍ਰੈਜੂਏਸ਼ਨ ਪਾਸ ਹੈ, ਦੂਜੀ ਕੰਡੀਸ਼ਨ ਹੈ ਤੁਹਾਡੇ ਕੋਲ IELTS TRF ਹੈਗਾ। ਜੇ ਤੁਹਾਡੇ ਕੋਲ ਇੱਕ ਕੰਡੀਸ਼ਨ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਕੰਡੀਸ਼ਨਲ ਆਫਰ ਲੈਟਰ ਅੱਜ ਵੀ ਅਪਲਾਈ ਕਰ ਸਕਦੇ ਹੋ। ਜਿਹੜੇ ਬੱਚਿਆਂ ਦਾ IELTS ਹੋ ਚੁੱਕਾ ਹੋਇਆ ਹੈ ਉਹ +2 ਦਾ ਰਿਜ਼ਲਟ ਆਉਣ ਤੋਂ ਪਹਿਲੇ, ਅਮਨ ਜੀ ਗੱਲ ਕਰ ਰਹੇ ਸੀ ਜਨਵਰੀ ਵਾਸਤੇ ਆਪਾਂ ਦੀ ਡੇਟ ਸ਼ੀਟ ਜਿਹੜੀ CBSE ਦੀ ਆਊਟ ਹੋ ਚੁੱਕੀ ਹੋਈ ਹੈ। 24 ਅਪ੍ਰੈਲ ਤੋਂ ਪੇਪਰ ਸ਼ੁਰੂ ਹੋ ਰਹੇ ਨੇ, 7-8 ਜੂਨ ਨੂੰ ਜਾ ਕੇ ਖਤਮ ਹੋ ਜਾਣੇ ਨੇ। ਸਤੰਬਰ ਇਨਟੇਕ ਤਾਂ ਹੱਥ 'ਚ ਬੱਚੇ ਦੇ ਇਸ ਸਾਲ ਵਾਲੇ 'ਚ ਬਚਣਾ ਹੀ ਨਹੀਂ ਗਾ। ਜਿਹੜਾ 7 ਜੂਨ ਨੂੰ ਪੇਪਰ ਖਤਮ ਹੋਣਾ ਉਹਦਾ ਰਿਜ਼ਲਟ ਹੀ ਜਾ ਕੇ ਜੁਲਾਈ 'ਚ ਆਉਣਾ। ਆਪਾਂ 2020 ਦੀ ਵੀ ਗੱਲ ਕਰੀਏ ਸਰ, ਉਹਨਾਂ ਲਈ ਸਤੰਬਰ ਅੱਜ ਵੀ ਨਹੀਂ ਹੈ। ਫਿਰ ਦੂਜੀ ਗੱਲ ਕਰੀਏ 2022 'ਚ ਜੂਨ ਜੁਲਾਈ ਵਾਲਿਆਂ ਨੇ ਵੀ ਆ ਜਾਣਾ। ਤੇ ਜਦੋਂ ਇੱਕ ਜਨਰਲ ਜਿਹਾ ਸਵਾਲ ਆ, ਤੁਸੀਂ ਐਕਸਪੀਰੀਅੰਸ ਬੜੇ ਹੋ, ਜੂਨ ਜੁਲਾਈ 'ਚ ਸਤੰਬਰ ਵਾਲਾ ਇੱਕ 2022 ਦਾ ਲੋਟ ਬਾਹਰ ਆ ਜਾਂਦਾ ਜੀ, ਕਾਲਜ ਵੀ ਫਿਰ ਪ੍ਰੈਫਰ ਕਰਦਾ ਯਾਰ 2022 ਵਾਲੇ ਦੇ ਦਿਓ, 2021 ਵਾਲੇ ਰਹਿਣ ਦਿਓ, ਹਲੇ ਬੱਚੇ ਪਹਿਲੇ 22 ਵਾਲੇ ਲੈ ਲੈਣੇ। ਕਾਲਜ ਦੀ ਸਰ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ। ਮੈਂ ਆਲਮੋਸਟ ਹਰ ਕਾਲਜ ਕੈਨੇਡਾ ਆਸਟ੍ਰੇਲੀਆ ਦਾ ਵਿਜ਼ਿਟ ਕੀਤਾ ਹੋਇਆ ਜੀ, ਪਰਸਨਲੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ। ਕਾਲਜ ਦੇ ਜਿਹੜੇ ਫਿਲਟਰ ਨੇ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ 2022 ਵਾਲਿਆਂ ਨੂੰ ਪ੍ਰੈਫਰ ਕਰਨਾ ਤਾਂ 21 ਵਾਲਿਆਂ ਨੂੰ ਪ੍ਰੈਫਰ ਨਹੀਂ ਕਰਨਾ। ਹਾਂ, ਜੇ 2 ਸਾਲ ਤੋਂ ਜ਼ਿਆਦਾ ਗੈਪ ਹੈ ਫਿਰ ਉਹਨੂੰ ਉਹ ਪ੍ਰੈਫਰੈਂਸ ਨਹੀਂ ਦਿੰਦੇ ਹੈ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ 2021 ਵਾਲਿਆਂ ਨੂੰ ਦੇਣਾ ਨਹੀਂ ਤੇ 2022 ਵਾਲਿਆਂ ਨੂੰ ਦੇ ਦੇਣਾ, ਇਦਾਂ ਦੀ ਕੋਈ ਗੱਲ ਨਹੀਂ ਹੈ। ਬੱਚੇ ਦਾ ਪ੍ਰੋਫਾਈਲ ਪੂਰਾ ਮੈਚ ਕਰਨਾ ਚਾਹੀਦਾ। 60-70% ਜੋ ਵੀ ਉਹਨਾਂ ਦੀ ਡਿਮਾਂਡ ਹੈਗੀ ਉਹ ਨੰਬਰ, ਹੁਣ KPU 80% ਨੰਬਰ ਲੈਣ ਲੱਗ ਪਿਆ, 80% ਨੰਬਰ ਹੈਗੇ ਨੇ, 70% ਨੰਬਰ ਹੈ, 2020 ਪਾਸ ਆਊਟ ਹੈ, 21 ਪਾਸ ਆਊਟ ਹੈ, 22 ਪਾਸ ਆਊਟ ਹੈ, ਕੋਈ ਮੈਟਰ ਨਹੀਂ ਕਰਦਾ ਐਜ਼ ਲੌਂਗ ਐਜ਼ ਸੀਟਾਂ ਅਵੇਲੇਬਲ ਕਾਲਜ ਦੇ ਯੂਨੀਵਰਸਿਟੀ ਦੇ ਵਿੱਚ ਹੈਗੀਆਂ ਨੇ ਤਾਂ ਜੀ। ਸੋ ਕੋਈ ਵੀ ਮਨ ਦਾ ਵੀ ਸਵਾਲ ਆਉਂਦਾ ਜੀ, ਤੁਸੀਂ ਕੰਪਨੀ ਐਜੂਕੇਸ਼ਨ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਫ੍ਰੀ ਆਫ ਕਾਸਟਿੰਗਲੀ, ਤੇ ਫ੍ਰੀ ਆਫ ਕਾਸਟ ਕਾਉਂਸਲਿੰਗ ਤੁਹਾਨੂੰ ਮਿਲੇਗੀ, ਚਾਹੇ ਤੁਸੀਂ ਫੋਨ ਦੇ ਜ਼ਰੀਏ ਲੈ ਲਓ ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਵੀ ਲਿਓ। ਰਿਫਿਊਜ਼ਲ ਕੇਸਿਸ ਦੀ ਗੱਲ ਕਰੂੰਗਾ, ਰਿਫਿਊਜ਼ਲ ਦੇ ਕਾਰਨਾਂ ਦੀ ਤਾਂ ਗੱਲ ਕੀਤੀ ਹੈ, ਬਟ ਹੁਣ ਅੱਗੇ ਅਸੀਂ ਆਪਸ਼ਨਸ ਬਾਰੇ ਜਾਣਨਾ ਚਾਹੁੰਦੇ ਹਾਂ। ਕਿਹਨਾਂ ਨੂੰ ਵੀਜ਼ਾ ਮਿਲੇਗਾ, ਕਿਹਨਾਂ ਨੂੰ ਨਹੀਂ ਮਿਲੇਗਾ, ਤੇ ਕੀ ਕੈਪਸ ਨੋਟ ਸਭ ਨੂੰ ਮੰਗਾਉਣੇ ਪੈਣਗੇ? ਦੇਖਿਏ, ਜਿਨ੍ਹਾਂ ਬੱਚਿਆਂ ਦੀ ਰਿਫਿਊਜ਼ਲ ਆ ਗਈ ਹੈ ਉਹਨਾਂ ਨੂੰ ਸਭ ਤੋਂ ਪਹਿਲਾ ਕੰਮ ਇਹੀ ਕਰਨਾ ਚਾਹੀਦਾ ਕਿ ਉਹਨਾਂ ਨੂੰ ਕੇਪਸ ਨੋਟ ਮੰਗਵਾਉਣੇ ਚਾਹੀਦੇ ਨੇ। ਉਸ ਤੋਂ ਬਿਨਾਂ ਉਹਨਾਂ ਨੂੰ ਅੱਗੇ ਵਧਣਾ ਨਹੀਂ ਚਾਹੀਦਾ, ਕਿਉਂਕਿ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਕਿਹੜੀ ਚੀਜ਼ਾਂ ਦੇ ਵਿੱਚ ਉਹਨਾਂ ਦੇ ਵਿੱਚ ਕਮੀਆਂ ਆਈਆਂ ਨੇ ਫਾਈਲ ਦੇ ਵਿੱਚ। ਤਾਂ ਕਿ ਉਹ ਤਾਂ ਕਹਿੰਦੇ ਜੀ ਰਿਫਿਊਜ਼ਲ ਲੈਟਰ ਪੜ੍ਹ ਲਓ ਜੀ, ਇਹ ਤਾਂ ਲਿਖਿਆ ਤੁਸੀਂ ਮੁੜ ਕੇ ਵਾਪਸ ਨਹੀਂ ਆਉਣਾ। ਰਿਫਿਊਜ਼ਲ ਲੈਟਰ ਦੇ ਵਿੱਚ ਤਾਂ ਜਨਰਲ ਰੀਜ਼ਨ ਹੈ ਕਿ ਤੁਸੀਂ ਵਾਪਸ ਨਹੀਂ ਆਉਣਾ। ਉਹਦੇ ਪਿੱਛੇ ਵੀ ਕੋਈ ਰੀਜ਼ਨ ਹੋ ਸਕਦਾ ਕਿ ਇੱਥੇ ਇਹਨਾਂ ਨੇ ਇਨਕਮ ਦਾ ਕੋਈ ਵੀ ਪ੍ਰੂਫ ਨਹੀਂ ਲਗਾਇਆ। ਪ੍ਰੂਫ ਤਾਂ ਲਗਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ। ਮੈਂ ਇੱਕ ਬੇਨਤੀ ਲਗਾਵਾਂਗਾ ਸਾਰੇ ਕੰਸਲਟੈਂਟਸ ਦੇ ਸਾਹਮਣੇ ਤੇ ਸਾਰੇ ਸਟੂਡੈਂਟਸ ਦੇ ਸਾਹਮਣੇ, ਜਦੋਂ ਵੀ ਤੁਸੀਂ ਫਾਈਲ ਲਗਾਉਂਦੇ ਹੋ ਚਾਹੇ ਉਹਦੇ 'ਚ ਕੁਝ ਵੀ ਨਹੀਂ ਲਗਾਇਆ, ਜੇ ਤੁਸੀਂ SOB ਲਗਾਈ ਨਾ, ਜੋ ਤੁਸੀਂ ਜਸਟੀਫਾਈ ਕਰ ਦਿੰਦੇ ਹੋ ਕਿ ਮੇਰੇ ਪੈਰੈਂਟਸ ਦੀ ਇਨਕਮ ਇੰਨੀ ਹੈਗੀ ਹੈ, ਨਾਲ ਤੁਸੀਂ ਲਿਖ ਵੀ ਦਿੰਦੇ ਹੋ, ਜਿੱਦਾਂ ਆਪਾਂ ਇੱਕ ਸਟੂਡੈਂਟ ਕੁਐਸਚਨਰ ਪਹਿਲੇ ਲਗਾਉਂਦੇ ਹੁੰਦੇ ਸੀਗੇ, ਉੱਦਾਂ ਦਾ ਇੱਕ ਪੇਜ ਨਾਲ ਲਗਾ ਦਿੰਦੇ ਹੋ ਕਿ ਮੇਰੇ ਫਾਦਰ, ਜਿਹਨੂੰ ਫੈਮਿਲੀ ਮੈਟ੍ਰਿਕਸ ਆਪਾਂ ਕਹਿੰਦੇ ਹਾਂ ਜਾਂ ਇਨਕਮ ਮੈਟ੍ਰਿਕਸ ਕਹਿੰਦੇ ਹਾਂ ਜਾਂ ਫਾਈਨੈਂਸ਼ੀਅਲ ਮੈਟ੍ਰਿਕਸ ਕਹਿੰਦੇ ਹਾਂ। ਇੱਕ ਫਾਈਨੈਂਸ਼ੀਅਲ ਮੈਟ੍ਰਿਕਸ ਲਾ ਦਿਓ, ਮੇਰੇ ਪੈਰੈਂਟਸ ਦੀ ਇਨਕਮ ਇੰਨੀ ਹੈ, ਮਦਰ ਦੀ ਇਨਕਮ ਇੰਨੀ ਹੈ, ਫਾਦਰ ਦੀ ਇਨਕਮ ਇੰਨੀ ਹੈ, ਸੋਰਸ ਆਫ ਇਨਕਮ ਇੰਨਾ ਹੈ, ਰੈਂਟਲ ਇਨਕਮ ਇੰਨੀ ਆਉਂਦੀ ਹੈ, ਦਾਦਾ ਦਾਦੀ ਨਾਲ ਰਹਿੰਦੇ ਨੇ ਉਹਨਾਂ ਦੀ ਇਨਕਮ ਇੰਨੀ ਆਉਂਦੀ ਹੈ। ਜੋ ਸਾਰੀਆਂ ਚੀਜ਼ਾਂ ਲਾ ਕੇ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਦੇਖੋ, 3 ਚੀਜ਼ਾਂ ਹੁੰਦੀਆਂ ਅਮਨ ਜੀ। ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੈਗੇ ਹੋ, ਯੂ ਵਿਲ ਕਮ ਬੈਕ ਟੂ ਇੰਡੀਆ, ਉਹਨਾਂ ਨੂੰ ਲੱਗਦਾ ਹੈ। ਤੁਹਾਡੇ ਕੋਲ ਇੱਥੇ ਪ੍ਰਾਪਰਟੀਆਂ ਫਾਦਰ ਮਦਰ ਕੋਲ ਹੈਗੀਆਂ ਨੇ, ਯੂ ਵਿਲ ਕਮ ਬੈਕ ਟੂ ਇੰਡੀਆ, ਉਹਨਾਂ ਨੂੰ ਲੱਗਦਾ ਹੈ। ਤੁਹਾਡੇ ਇੱਥੇ ਇਮੋਸ਼ਨਲ ਟਾਈਜ਼ ਹੈਗੇ ਨੇ, ਯੂ ਵਿਲ ਕਮ ਬੈਕ ਟੂ ਇੰਡੀਆ, ਉਹਨਾਂ ਨੂੰ ਲੱਗਦਾ ਹੈ। ਜੇ ਤਿੰਨਾਂ ਚੋਂ ਇੱਕ ਵੀ ਕਮੀ ਹੈਗੀ ਹੈ ਤਾਂ ਵੀਜ਼ਾ ਆਫਿਸਰ ਉਸ ਚੀਜ਼ ਨੂੰ ਰਿਫਿਊਜ਼ ਕਰਦਾ ਕਿ ਇਹਦੇ ਇਮੋਸ਼ਨਲ ਟਾਈਜ਼ ਤਾਂ ਹੈ ਨਹੀਂ ਗੇ ਇੰਡੀਆ ਦੇ ਵਿੱਚ। ਤਾਂ ਜਸਟ ਤੁਸੀਂ ਪੁੱਛਦੇ ਸੀ SOB ਦੀ ਕੀ ਲੋੜ ਹੈ, ਇਹੀ ਸਾਰੀਆਂ ਚੀਜ਼ਾਂ ਤਾਂ ਜਸਟੀਫਾਈ ਕਰਨੀਆਂ ਨੇ ਕਿ ਮੇਰੇ ਇਮੋਸ਼ਨਲ ਟਾਈਜ਼ ਮੇਰੀ ਕੰਟਰੀ ਦੇ ਨਾਲ ਹੈਗੇ ਨੇ, ਮੇਰੀ ਫੈਮਿਲੀ ਦੇ ਨਾਲ ਹੈਗੇ ਨੇ, ਮੇਰੇ ਜਿਹੜੇ ਸਾਰੇ ਫਾਈਨੈਂਸ਼ੀਅਲ ਟਾਈਜ਼ ਇੱਥੇ ਹੈਗੇ ਨੇ, ਮੈਂ ਇੱਥੇ ਕਰੋੜਾਂ ਰੁਪਏ ਦੀ ਪ੍ਰਾਪਰਟੀਆਂ ਦਾ ਮਾਲਕ ਹੈ, ਕੱਲ੍ਹ ਨੂੰ ਮੈਂ ਇੱਥੇ ਤੇ ਮੈਂ ਉਸੇ ਦੇਸ਼ ਦੇ ਵਿੱਚ ਕਿਉਂ ਰਹਿਣਾ ਹੈ ਪਰਮਾਨੈਂਟਲੀ। ਚਾਹੇ ਕੈਨੇਡਾ ਨੇ ਅੱਗੋਂ PR ਦੀ ਆਪਸ਼ਨ ਦੇ ਰੱਖੀ ਹੈ, ਬਟ ਦੇ ਡੋਂਟ ਵਾਂਟ ਐਵਰੀਬਡੀ ਟੂ ਸਟੇ ਦੇਅਰ ਐਂਡ ਟੂ ਗੈਟ ਪਰਮਾਨੈਂਟ ਰੈਜ਼ੀਡੈਂਸੀ। ਉਹਨਾਂ ਦੇ ਵੀ ਆਪਦੇ ਪ੍ਰੋਟੋਕੋਲ ਜਿਹੜੇ ਪੂਰੇ ਕਰਨੇ ਨੇ। ਬਹੁਤ ਟੈਕਨੀਕਲ ਚੀਜ਼ਾਂ ਨੇ ਜੀ, ਹਰ ਕੋਈ ਫਾਈਲਿੰਗ ਨਹੀਂ ਕਰ ਸਕਦਾ। ਠੀਕ ਆ, ਆਫਰ ਮੰਗਾਉਣੀ ਸੌਖੀ ਹੋ ਸਕਦੀ ਹੈ, ਮੇਰੇ ਟਾਈ ਅਪ ਨਹੀਂ। ਮੈਂ ਨਿਤਿਨ ਜੀ ਨੂੰ ਕਹਿੰਦਾ, ਨਿਤਿਨ ਜੀ ਮੈਨੂੰ ਆਫਰ ਮੰਗਾ ਕੇ ਦੇ ਦਿੰਦੇ, ਮੈਨੂੰ ਫਾਈਲਿੰਗ ਆਉਂਦੀ ਹੈ ਕਿ ਨਹੀਂ ਆਉਂਦੀ ਇਹ ਮੈਟਰ ਕਰਦਾ। ਮੇਰੇ ਟਾਈ ਅਪਸ ਹੈ ਕਿ ਨਹੀਂ ਹੈ, ਪੋਰਟਲ ਅੱਜ ਕੱਲ੍ਹ ਬਣ ਗਏ, ਪੋਰਟਲ ਤੋਂ ਆਫਰ ਲੈਣਾ ਸੌਖਾ ਹੋ ਗਿਆ, ਬਟ ਕੀ ਟੈਕਨੀਕਲੀ ਫਾਈਲ ਲਾਉਣੀ ਆਉਂਦੀ ਹੈ, SOP ਬਾਰੇ ਪਤਾ, ਜਾਂ ਜਿਹੜੇ ਹੋਰ ਡਾਕੂਮੈਂਟਸ ਲੱਗਣੇ ਆ ਉਹਨਾਂ ਨੂੰ ਕਿਸ ਤਰ੍ਹਾਂ ਲਾਉਣਾ ਹੈ, ਜਾਂ ਕੀ ਤੁਹਾਡਾ ਕੋਰਸ ਕਿਵੇਂ ਤੁਹਾਨੂੰ ਦੇਣਾ ਹੈ ਉਹਦੇ ਬਾਰੇ ਪਤਾ। ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਵੀਜ਼ਾ ਲੈਣ ਲਈ। ਸੋ ਵੀਜ਼ਾ ਰਿਫਿਊਜ਼ਲ ਤੋਂ ਬਾਅਦ ਵੀ ਮਿਲ ਸਕਦਾ ਹੈ। ਲੋੜ ਹੈ ਇੱਕ ਚੰਗੇ ਕੰਸਲਟੈਂਟ ਤੱਕ ਆਪਣਾ ਰਾਬਤਾ ਕਾਇਮ ਕਰਨ ਦੀ। ਕੈਪਰੀ ਐਜੂਕੇਸ਼ਨ ਵੱਲੋਂ ਕੋਈ ਹੈਲਪ ਚਾਹੀਦੀ ਹੈ, ਦੇ ਕੈਨ ਹੈਲਪ ਯੂ। ਤੁਸੀਂ ਫ੍ਰੀ ਆਫ ਕਾਸਟ ਕਾਉਂਸਲਿੰਗ ਲਈ ਉਹਨਾਂ ਤੱਕ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਨਿਤਿਨ ਜੀ ਬਹੁਤ ਗੱਲਾਂ ਰਹਿ ਵੀ ਗਈਆਂ, ਨੈਕਸਟ ਸ਼ੋਅ 'ਚ ਕਰਾਂਗੇ, ਬਟ ਇਸ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਧੰਨਵਾਦ ਸਾਰੇ ਦਰਸ਼ਕਾਂ ਦਾ। ਸਿਰਫ ਕੈਨੇਡਾ ਹੀ ਨਹੀਂ, ਹੋਰ ਕੰਟਰੀਜ਼ ਵੀ ਡੀਲ ਕਰਦੇ ਨੇ ਕੈਪਰੀ ਐਜੂਕੇਸ਼ਨ ਵਾਲੇ, ਬਟ ਅੱਜ ਸਿਰਫ ਗੱਲ ਕੈਨੇਡਾ ਬਾਰੇ ਕੀਤੀ ਹੈ। ਅੱਗੋਂ ਹੋਰ ਵੀ ਜਿਹੜੇ ਗੱਲਾਂ ਨੇ ਉਹ ਤੁਹਾਡੇ ਬੈਟਰਮੈਂਟ ਲਈ ਕਰਾਂਗੇ। ਉਮੀਦ ਕਰਦੇ ਹਾਂ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ। ਇਸੇ ਉਮੀਦ ਨਾਲ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।